ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੋਬਿੰਦੇ ਮੁਕੰਦੇ ਉਦਾਰੇ ਅਪਾਰੇ, ਹਰਿਯੰ ਕਰਿਯੰ ਨਾਮੇ ਅਕਾਮੇ। ਗੋਬਿੰਦੇ ਮੁਕੰਦੇ ਉਦਾਰੇ ਅਪਾਰੇ, ਹਰਿਯੰ ਕਰਿਯੰ ਨਾਮੇ ਅਕਾਮੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 12ਵਾਂ ਅਧਿਆਇ ਅਸ਼ਟਵਕਰ ਗੀਤਾ ਦਾ, ਤੇ ਇਹਦੇ ਵਿੱਚ ਸਵੈ ਵਿੱਚ ਠਹਿਰਿਆ ਕਿਵੇਂ ਜਾਣਾ, ਉਹਦੀ ਚਰਚਾ ਕਰਾਂਗੇ। ਹਾਂਜੀ। जनको वाच कायाकृत असह पूर्वं ततः वाग विस्तर असह अथ चिंता असह तस्मात् एवं एव अहं आस्थितः। ਤਿੰਨ ਚੀਜ਼ਾਂ ਕਰਕੇ ਰਾਜਾ ਜਨਕ ਜੀ ਕਹਿ ਰਹੇ ਨੇ ਕਿ ਕੋਈ ਕਿਰਿਆ ਦਿਖਦੀ ਹੈ ਹੁੰਦੀ ਹੋਈ। ਪਹਿਲਾ ਹੈ ਸਰੀਰ ਕਰਕੇ, ਇਹ ਤਾਂ ਪ੍ਰਤੱਖ ਹੀ ਹੈ। ਇਹ ਤਾਂ ਦੇਖਣ ਵਾਲਾ ਵੀ ਦੇਖ ਕਰਕੇ ਦੱਸ ਦਿੰਦਾ ਕਿ ਫਲਾਣਾ ਬੰਦਾ ਕਿਰਿਆ ਕਰ ਰਿਹਾ, ਜਾਂ ਜਿਹੜਾ ਕਰ ਰਿਹਾ ਉਹਨੂੰ ਵੀ ਪਤਾ ਹੁੰਦਾ ਹੈ ਕਿ ਕਿਰਿਆ ਹੋ ਰਹੀ ਹੈ। ਦੂਜੀ ਜੋ ਹੈ ਬਾਣੀ ਕਰਕੇ, ਬਾਣੀ ਵੀ ਕੋਈ ਜਿੱਥੇ ਤੱਕ ਆਪ ਜੀ ਦੀ ਆਵਾਜ਼ ਜਾਂਦੀ ਹੈ ਉਹ ਦੇਖ ਕਰਕੇ ਕੋਈ ਜਾਂ ਸੁਣ ਕਰਕੇ ਦੱਸ ਦੂਗਾ ਕਿ ਕੋਈ ਕਰਮ ਹੋ ਰਿਹਾ। ਤੇ ਪਰ ਬਾਣੀ ਕਰਕੇ ਵੀ ਉੱਥੇ ਤੱਕ ਹੀ ਆਵਾਜ਼ ਜਾਊਗੀ ਜਿੱਥੇ ਤੱਕ ਜਾਂਦੀ ਹੈ ਨਾ। ਦੇਖਣ ਵਾਲੇ ਦੀ ਦ੍ਰਿਸ਼ਟੀ ਹੋ ਸਕਦੀ ਹੈ ਕਿ 2-3 ਕਿਲੋਮੀਟਰ ਦੀ ਹੋਏ, ਜਾਂ ਦੂਰਬੀਨ ਲਾ ਕਰਕੇ ਕੋਈ ਤੁਹਾਨੂੰ ਦੇਖ ਲਵੇ। ਭਾਵ ਸਰੀਰ ਤੋਂ ਹੋਣ ਦੀ ਕਿਰਿਆ ਜ਼ਿਆਦਾ ਦੂਰ ਤੱਕ ਮਾਰ ਕਰਦੀ ਹੈ, ਭਾਵ ਇਹਨੂੰ ਜ਼ਿਆਦਾ ਲੋਕ ਦੇਖ ਸਕਦੇ ਆ। ਬਾਣੀ ਦੀ ਕਿਰਿਆ ਉਹੀ ਸੁਣ ਸਕਦੇ ਨੇ ਜਿਹਦੇ ਕੋਲ ਕਿਸੇ ਤਰੀਕੇ ਦਾ ਯੰਤਰ ਹੋਵੇ, ਜਿਵੇਂ ਆਪਾਂ ਹੁਣ ਮੋਬਾਈਲ ਤੇ ਕੰਮ ਕਰਦੇ ਹਾਂ ਜਾਂ ਜ਼ੂਮ ਤੇ ਆਪਾਂ ਗੱਲ ਕਰ ਰਹੇ ਹਾਂ, ਤਾਂ ਇਹਦੀ ਮਾਰ ਘੱਟ ਹੈ ਬਾਣੀ ਦੀ। ਇਸ ਤੋਂ ਪਰੇ ਹੈ ਮਨ। ਹੁਣ ਮਨ ਦੀ ਮਾਰ ਕਿੱਥੇ ਤੱਕ ਹੈ, ਉਹ ਤਾਂ ਉਹੀ ਜਾਣਦਾ ਜਿਹਦੇ ਮਨ ਦੇ ਵਿੱਚ ਕੰਮ ਚੱਲ ਰਿਹਾ, ਕਿਰਿਆ ਚੱਲ ਰਹੀ ਹੈ, ਵਿਚਾਰ ਚੱਲ ਰਹੇ ਨੇ, ਉਹ ਜਾਣਦਾ। ਪਰ ਹੁਣ ਸਭ ਤੋਂ ਜ਼ਿਆਦਾ ਕਿਰਿਆ ਕਿੱਥੇ ਹੋ ਰਹੀ ਹੈ, ਸਰੀਰ ਕਰਕੇ, ਬਾਣੀ ਕਰਕੇ ਕਿ ਮਨ ਕਰਕੇ? ਇਹਦਾ ਕ੍ਰਮ ਪੁੱਠਾ ਹੈ। ਸਭ ਤੋਂ ਜ਼ਿਆਦਾ ਕਿਰਿਆ ਹੁੰਦਾ ਮਨ ਕਰਕੇ, ਕਿਉਂਕਿ ਕਈ ਚੀਜ਼ਾਂ ਆਪਾਂ ਸੋਚਦੇ ਹਾਂ ਪਰ ਬਾਣੀ ਦੇ ਵਿੱਚ ਨਹੀਂ ਲੈ ਕਰਕੇ ਆਉਂਦੇ। ਕਈ ਆਪਾਂ ਸੋਚਦੇ ਹਾਂ ਸਰੀਰ ਕਰਕੇ ਉਹਨੂੰ ਜਗ ਜ਼ਾਹਰ ਨਹੀਂ ਕਰਦੇ। ਫਿਰ ਉਹਦੇ ਬਾਅਦ ਬਾਣੀ ਕਰਕੇ ਹੈ, ਫਿਰ ਉਹਦੇ ਬਾਅਦ ਸਰੀਰ ਕਰਕੇ। ਇਹ ਤਿੰਨ ਚੀਜ਼ਾਂ ਕਰਕੇ ਕਿਰਿਆ ਹਮੇਸ਼ਾ ਹੀ ਹੋ ਰਹੀ ਹੈ। ਪਰ ਰਾਜਾ ਜਨਕ ਜੀ ਕਹਿੰਦੇ ਨੇ ਕਿ ਮੈਂ ਇਹਨਾਂ ਤਿੰਨੋਂ ਦਾ ਸਾਖੀ ਰੂਪ ਹਾਂ। ਸਰੀਰ ਤੋਂ ਹੁੰਦੇ ਕਰਮਾਂ ਨੂੰ ਨਹੀਂ ਰੋਕਿਆ ਜਾ ਸਕਦਾ। ਕਿਉਂ? ਜਦ ਕੋਈ ਬੰਦਾ ਕੋਈ ਕੰਮ ਨਹੀਂ ਕਰ ਰਿਹਾ, ਸੋਚ ਲਓ ਸੁੱਤਾ ਹੈ, ਤੇ ਸੁੱਤੇ ਪਏ ਵੀ ਤਾਂ ਉਹ ਸਰੀਰ ਉਹਦਾ ਸਾਹ ਲੈ ਰਿਹਾ, ਦਿਲ ਦੀ ਧੜਕਣ ਚੱਲ ਰਹੇ ਨੇ, ਕਿਰਿਆ ਤਾਂ ਫਿਰ ਵੀ ਹੋ ਰਿਹਾ, ਕਰਮ ਤਾਂ ਫਿਰ ਵੀ ਹੋਈ ਜਾਂਦੇ ਨੇ। ਬਾਣੀ ਕਰਕੇ ਬੈਠਾ ਬੰਦਾ ਸਰੀਰ ਨਾਲ ਕੋਈ ਕੰਮ ਨਾ ਕਰੇ ਪਰ ਬਾਣੀ ਕਰਕੇ ਤਾਂ ਕੰਮ ਕਰ ਰਿਹਾ। ਅੱਛਾ, ਜੇ ਬਾਣੀ ਨਾਲ ਵੀ ਨਾ ਕੰਮ ਕਰੇ, ਸਰੀਰ ਦੀ ਵੀ ਹਿਲਜੁਲ ਨਾ ਹੋਵੇ, ਪਰ ਮਨ ਦੇ ਵਿੱਚ ਤਾਂ ਫੁਰਨਾ ਹਮੇਸ਼ਾ ਹੀ ਚੱਲ ਰਿਹਾ, ਚਾਹੇ ਮਾੜੇ ਨੇ ਚਾਹੇ ਚੰਗੇ ਨੇ, ਇਹ ਵੀ ਕਰਮ ਨੇ। ਇਹਨੂੰ ਕਿੱਦਾਂ ਰੋਕੋਗੇ? ਤਿੰਨਾਂ ਨੂੰ ਕਹਿੰਦੇ ਆ ਕਿ ਰੋਕਣਾ ਅਸੰਭਵ ਹੈ, ਕਿਉਂਕਿ ਜਦ ਤੱਕ ਅਸੀਂ ਇਸ ਜਗਤ ਦੇ ਵਿੱਚ ਹਾਂ, ਇਹਨਾਂ ਤਿੰਨਾਂ ਵਿੱਚੋਂ ਕੋਈ ਨਾ ਕੋਈ ਇੱਕ ਕਰਮ ਅਸੀਂ ਵੱਧ ਕਰ ਰਹੇ ਹਾਂ ਤੇ ਦੋ ਕਰਮ ਅਸੀਂ ਘੱਟ ਕਰ ਸਕਦੇ, ਜਾਂ ਤਿੰਨੋਂ ਕਰਮ ਬਰਾਬਰ ਵੀ ਕਰ ਸਕਦੇ ਹਾਂ। ਇਹ ਆਪੋ ਆਪਣੀ ਤਰੀਕੇ ਦੇ ਨਾਲ। ਪਰ ਕਰਮਾਂ ਤੋਂ ਕੋਈ ਨਹੀਂ ਬਚਿਆ ਜਾ ਸਕਦਾ, ਤੇ ਜੇ ਕਰਮ ਤੋਂ ਨਹੀਂ ਬਚਿਆ ਜਾ ਸਕਦਾ ਤਾਂ ਫਿਰ ਅਸੀਂ ਨੇਕ ਕਾਮ ਕਿੱਦਾਂ ਕੰਮ ਕਰਾਂਗੇ? ਪ੍ਰਸ਼ਨ ਇਹ ਬਣਦਾ ਹੈ। ਜੇ ਕਰਮ ਹਮੇਸ਼ਾ ਰਹਿਣਗੇ ਤਾਂ ਫਿਰ ਇਹਦਾ ਪ੍ਰਸ਼ਨ ਇਹ ਉੱਠਦਾ ਹੈ ਕਿ ਕੀ ਮੇਰਾ ਜਨਮ ਹਮੇਸ਼ਾ ਹੋਵੇਗਾ? ਇਹ ਪ੍ਰਸ਼ਨ ਸਾਡੇ ਮਨ ਦੇ ਵਿੱਚ ਬਣਨਾ ਚਾਹੀਦਾ। ਚਾਹੇ ਚੰਗੇ ਕੰਮ ਕਰ ਲਈਏ, ਮਾੜੇ ਕੰਮ ਕਰ ਲਈਏ, ਕਰਮ ਤਾਂ ਹੋ ਰਹੇ ਆ, ਤੇ ਜਿੱਥੇ ਕਰਮ ਨੇ ਉੱਥੇ ਜਨਮ ਹੈ, ਉੱਥੇ ਮ੍ਰਿਤਿੂ ਹੈ। ਤਾਂ ਫਿਰ ਜਨਮ ਮਰਨ ਦੇ ਗੇੜ ਤੋਂ ਕਿਵੇਂ ਬਾਹਰ ਜਾਓਗੇ? ਇਹ ਪ੍ਰਸ਼ਨ ਮਨ 'ਚ ਹੈ। ਤੋ ਰਾਜਾ ਜਨਕ ਜੀ ਇਹ ਗੱਲ ਕਹਿ ਰਹੇ ਨੇ। ਮਹਾਰਾਜ ਬਾਣੀ ਦੇ ਵਿੱਚ ਕੀ ਕਹਿ ਰਹੇ ਨੇ? ਕਰ ਕਰ ਥਾਕੇ ਵੱਡੇ ਵਡੇਰੇ।
ਇੰਨੇ ਵੱਡੇ ਵੱਡੇ ਅਵਤਾਰ ਹੋਏ ਨੇ, ਪੀਰ ਪੈਗੰਬਰ ਹੋਏ ਨੇ, ਕੋਈ ਵੀ ਕਰਮਾਂ ਤੋਂ ਨਹੀਂ ਬਚਿਆ। ਥੱਕ ਕੇ ਪਾਪ ਥੱਕ ਗਏ। ਕਈ ਜੋਗੀ ਮੋਨੀ ਇਦਾਂ ਵੀ ਹੋਏ ਜਿਹੜੇ ਚੁੱਪ ਕਰਕੇ ਬਹਿ ਗਏ ਕਿ ਅਸੀਂ ਬੋਲਣਾ ਹੀ ਨਹੀਂ, ਬਾਣੀ ਕਰਕੇ ਕੋਈ ਕਰਮ ਨਹੀਂ ਕਰਨਾ। ਕਈ ਬਾਣੀ ਕਰਕੇ ਕਹਿੰਦੇ ਅਸੀਂ ਮੌਨ ਧਾਰਿਆ ਹੋਇਆ, ਪਰ ਹੱਥ ਪੈਰ ਹਿਲਾ ਕਰਕੇ ਆਪਣੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ। ਸਰੀਰ ਕਰਕੇ ਮੌਨ ਹੁੰਦਾ ਨਹੀਂ। ਜੇ ਕਿਸੇ ਨੇ ਸਰੀਰ ਦਾ ਵੀ ਮੌਨ ਰੱਖਿਆ, ਬਾਣੀ ਦਾ ਵੀ ਮੌਨ ਰੱਖਿਆ, ਪਰ ਮਨ ਤਾਂ ਮੌਨ ਹੁੰਦਾ ਨਹੀਂ, ਮਨ ਤਾਂ ਬੋਲਿਆ ਜਾਂਦਾ। ਮਹਾਰਾਜ ਕਹਿ ਰਹੇ ਨੇ ਕਿਰਤ ਰੇਖ ਕਰ ਕਰਮਿਆ। ਭਾਵ ਜੋ ਪ੍ਰਾਰਬਧ ਹੈ, ਪ੍ਰਾਰਬਧ ਨਾਲ ਆਪਾਂ ਪਹਿਲਾਂ ਇਹਦਾ ਵਿਚਾਰ ਕੀਤਾ, ਪ੍ਰਾਰਬਧ ਹੈ ਕੀ? ਜਿਵੇਂ ਕਿਸੇ ਨੂੰ ਪਿੱਛੋਂ ਧੱਕਾ ਲੱਗਿਆ ਹੋਵੇ ਤੇ ਬੰਦਾ 5-10 ਕਦਮ ਤੁਰਦਾ ਜਾਂ ਭੱਜਦਾ ਹੋਇਆ ਡਿੱਗਦਾ ਹੈ। ਇਵੇਂ ਜੋ ਪੂਰਬਲੇ ਕਰਮ ਨੇ, ਉਹਨਾਂ ਦਾ ਇੱਕ ਧੱਕਾ ਸਾਨੂੰ ਲੱਗਿਆ ਹੋਇਆ ਹੁਕਮ ਰੂਪੀ, ਉਹਦੇ ਅਨੁਸਾਰ ਜੋ ਸਾਡੇ ਸੰਸਕਾਰ ਬਣੇ ਹੋਏ ਆ ਇਸ ਜਨਮ ਦੇ ਵਿੱਚ, ਸਰੀਰ ਦੇ ਨਾਲ, ਬਾਣੀ ਦੇ ਨਾਲ ਤੇ ਮਨ ਕਰਕੇ ਉਹੋ ਜਿਹੇ ਕਰਮ ਹੋਣੇ ਹੀ ਹੋਣੇ। ਹਾਂਜੀ, ਪਿਛਲੇ ਜਨਮ ਦੇ ਵਿੱਚ ਜੇ ਕੋਈ ਭਗਤ ਸੀ ਤੇ ਇਸ ਜਨਮ ਦੇ ਵਿੱਚ ਵੀ ਭਗਤ ਹੋਵੇਗਾ। ਇਸ ਜਨਮ ਦੇ ਵਿੱਚ ਵੀ ਉਹਦੇ ਕਿਰਿਆ ਦੇ ਵਿੱਚ ਭਗਤ ਦੀ ਜਿਹੜੀ ਕਰਮ ਹੈ ਉਹਦੇ ਵਿੱਚ ਵਾਧਾ ਹੋਵੇਗਾ। ਸੋ ਜਿਹੋ ਜਿਹੇ ਪਿੱਛੇ ਸੰਸਕਾਰ ਬਣੇ ਹੋਏ ਨੇ ਉਹੋ ਜਿਹੇ ਹੁਣ ਵੀ ਸਾਨੂੰ ਦਿਖਦੇ ਆ। ਤੇ ਫਿਰ ਕਿਵੇਂ ਬਚਿਆ ਜਾਵੇ? ਕਹਿੰਦੇ ਨੇ ਕਿ ਕਾਹੂ ਫਲ ਕੀ ਇੱਛਾ ਨਹੀਂ ਬਾਛੈ। ਕਰਮਾਂ ਤੋਂ ਕੋਈ ਨਹੀਂ ਬਚ ਸਕਦਾ, ਚਾਹੇ ਵੱਡੇ ਵੱਡੇ ਜੋ ਮਰਜ਼ੀ ਆ ਜਾਵੇ ਇਸ ਧਰਤੀ ਦੇ ਉੱਤੇ, ਕਰਮਾਂ ਤੋਂ ਨਹੀਂ ਬਚ ਸਕਦਾ। ਪਰ ਕਾਹੂ ਫਲ ਕੀ ਇੱਛਾ ਨਹੀਂ ਬਾਛੈ। ਭਗਵਦ ਗੀਤਾ ਦੇ ਵਿੱਚ ਵੀ ਇਹੀ ਗੱਲ ਲਿਖੀ ਹੈ, ਅਰਜੁਨ ਕਰਮ ਕਰ, ਫਲ ਕੀ ਇੱਛਾ ਨਾ ਰੱਖ। ਭਾਵ ਕਰਮ ਕਰਨੇ ਨੇ ਪਰ ਇੱਛਾ ਨਹੀਂ ਰੱਖਣੀ। ਇਸ ਦੇ ਨਾਲ ਅਸੀਂ ਇਸ ਜਾਲ ਤੋਂ, ਮਾਇਆ ਜਾਲ ਤੋਂ ਬਾਹਰ ਆ ਸਕਦੇ ਹਾਂ। ਤੇ ਫਿਰ ਇਸ ਮਾਇਆ ਦੀ ਜਾਲ ਨੂੰ ਦੇਖ ਸਕਦੇ ਹਾਂ ਕਿ ਇਸ ਜਾਲ ਦੇ ਵਿੱਚ ਮੱਕੜੀ ਕਿਹੜੀ ਹੈ ਤੇ ਮੱਕੜੀ ਕੀ ਕੰਮ ਕਰ ਰਹੀ ਹੈ। ਮੱਕੜੀ ਆਪਣੇ ਆਪ ਨੂੰ ਜੀਵਿਤ ਰੱਖਣ ਲਈ ਕਿਹਦਾ ਸ਼ਿਕਾਰ ਕਰਦੀ ਹੈ। ਇਹ ਫਿਰ ਜਦ ਮਾਇਆ ਜਾਲ ਨੂੰ ਅਸੀਂ ਦੇਖਣਾ ਸ਼ੁਰੂ ਕਰਦੇ ਹਾਂ ਫਿਰ ਗੱਲ ਸਮਝ ਆਉਂਦੀ ਹੈ। ਹਜੇ ਤਾਂ ਆਪਾਂ ਸਾਰੀ ਮਾਇਆ ਜਾਲ ਦੇ ਵਿੱਚ ਫਸੇ ਹੋਏ ਹਾਂ, ਤਾਂ ਦੇਖਾਂਗੇ ਕਿੱਦਾਂ ਮਾਇਆ ਜਾਲ 'ਚ ਕਿਵੇਂ ਫਸੇ ਹੋਏ ਹਾਂ? ਕਿਉਂਕਿ ਫਲ ਦੀ ਇੱਛਾ ਰੱਖਦੇ ਹਾਂ। ਕਾਹੂ ਫਲ ਕੀ ਇੱਛਾ ਨਹੀਂ ਬਾਛੈ। ਫਿਰ ਕੀ ਕਰਨਾ ਚਾਹੀਦਾ? ਮਹਾਰਾਜ ਕਹਿੰਦੇ ਨੇ ਕੇਵਲ ਭਗਤ ਕੀਰਤਨ ਸੰਗਰਾਚ ਹੈ। ਜੋ ਭਗਤ ਹੈ ਸਿਰਫ ਕੀਰਤੀ ਦੇ ਨਾਲ ਆਪਣਾ ਮਨ ਜੋੜੇ, ਪ੍ਰਭੂ ਪਰਮੇਸ਼ਰ ਦੇ ਗੁਣ ਗਾਏ, ਉਹਦਾ ਕੀਰਤਨ ਕਰੇ। ਕੀਰਤਨ ਇਹ ਨਹੀਂ ਜੇ ਰਾਗ ਆਪਾਂ ਕੱਢੀਏ ਹਾਰਮੋਨੀਅਮ ਦੇ ਉੱਤੇ ਜਾਂ ਤੰਤੀ ਸਾਜ਼ਾਂ ਦੇ ਵਿੱਚੋਂ ਤੇ ਉਹ ਕੀਰਤਨ ਕਹਿਲਾਉਂਦਾ, ਨਹੀਂ। ਕੀਰਤਨ ਉਹ ਹੈ ਜਿਹੜਾ ਤਨ ਮਨ ਨੂੰ ਤਾਰ ਦੇਵੇ, ਉਹ ਕੀਰਤੀ ਹੁੰਦੀ ਹੈ। ਹਾਂਜੀ, ਜਿਹਦੇ ਕਰਨ ਦੇ ਨਾਲ ਤਨ ਦੇ ਵਿੱਚ ਸਾਰੀ ਵਸਤੂਆਂ ਦਾ ਪਾਰ ਉਤਾਰਾ ਹੋ ਜਾਵੇ, ਉਹ ਹੁੰਦਾ ਹੈ ਕੀਰਤਨ। ਫਿਰ ਮਹਾਰਾਜ ਕਹਿੰਦੇ ਨੇ ਕਰਮ ਕਰਤ ਹੋਵੇ ਨਹਿ ਕਰਮ। ਕਰਮ ਕਰਦੇ ਹੋਏ ਫਲ ਦੀ ਇੱਛਾ ਨਹੀਂ ਰੱਖਦੇ ਹੋਏ ਭਗਤ ਨਹਿ ਕਰਮ ਅਵਸਥਾ ਨੂੰ ਪ੍ਰਾਪਤ ਹੁੰਦਾ ਹੈ। ਮਨ ਬੈਰਾਗੀ ਘਰ ਵਸੈ। ਜਦ ਇਹੋ ਜਿਹਾ ਭਗਤ ਕੰਮ ਕਰਦਾ ਹੈ, ਫਲ ਦੀ ਇੱਛਾ ਨਹੀਂ ਰੱਖਦਾ, ਤੇ ਮਾਇਆ ਦੇ ਵਿੱਚ ਉਦਾਸੀ ਹੋਣ ਦੀ ਜਿਹੜੀ ਅਵਸਥਾ ਹੈ ਉਹਦੇ ਉੱਤੇ ਬਣ ਆਉਂਦੀ ਹੈ। ਮਨ ਬੈਰਾਗੀ ਘਰ ਵਸੈ, ਘਰ ਦੇ ਵਿੱਚ ਰਹਿੰਦੇ ਹੋਏ ਉਦਾਸੀ ਹੁੰਦਾ ਹੈ। ਗ੍ਰਸਤ ਮਾਰਗ ਦੇ ਵਿੱਚ ਚੱਲਦੇ ਹੋਏ ਉਦਾਸੀ ਹੁੰਦਾ ਹੈ। ਉਹਦੇ ਲਈ ਗ੍ਰਸਤ ਵੀ ਇੱਕ ਜਿਹਾ, ਉਹਦੇ ਲਈ ਸੰਨਿਆਸ ਵੀ ਇੱਕੋ ਜਿਹਾ ਹੈ। ਹਾਂਜੀ। प्रीत अभावेन शब्दादयः अदृष्ट अदृश्यत्वेन च आत्मनः विक्षेपः एवं एव अहं आस्थितः। ਸੋ ਮਨ ਦੇ ਵਿੱਚ ਜਿਹੜੇ ਵਿਚਾਰ ਚੱਲਦੇ ਨੇ ਦੋ ਹੀ ਪ੍ਰਕਾਰ ਦੇ ਨੇ, ਤੇ ਮਨ ਦੀ ਹੋਂਦ ਕੀ ਹੈ? ਵਿਚਾਰ ਦੇ ਆਣਾ ਤੇ ਵਿਚਾਰ ਦੇ ਜਾਣ ਨੂੰ ਹੀ ਕਹਿੰਦੇ ਆ। ਇਹਨੂੰ ਹੀ ਵਿਚਾਰ, ਇਹਨੂੰ ਵਿਚਾਰਾਂ ਦਾ ਜਿਹੜਾ ਸੰਗ੍ਰਹਿ ਹੈ ਉਹਨੂੰ ਮਨ ਕਹਿੰਦੇ ਆ। ਜਿਹੋ ਜਿਹੇ ਜਿਹਦੇ ਮਨ ਦੇ ਵਿੱਚ ਵਿਚਾਰ ਹੋਣਗੇ ਉਹੋ ਜਿਹਾ ਆਪਾਂ ਮਨ ਕਹਿ ਦਿੰਦੇ ਆ। ਉਹੋ ਜਿਹਾ ਬੰਦਾ ਵੀ ਹੋ ਜਾਂਦਾ ਹੈ। ਜਿਸ ਬੰਦੇ ਦੇ ਮਨ ਦੇ ਵਿੱਚ ਵਿਕਾਰ ਹੋਣ, ਸਾਰਾ ਸੰਸਾਰ ਜਾਣਦਾ ਹੈ ਕਿ ਇਹਦੇ ਜ਼ੁਬਾਨ ਦੇ ਉੱਤੇ ਕੋਈ ਚੰਗੀ ਗੱਲ ਆਉਂਦੀ ਨਹੀਂ,
ਇਹਨੇ ਮਾਇਆ ਦੀ ਗੱਲ ਕਰਨੀ ਹੈ, ਤੇ ਸਰੀਰ ਦੇ ਨਾਲ ਵੀ ਉਹੋ ਜਿਹਾ ਕੰਮ ਕਰਦਾ ਹੈ। ਜਿਹੜਾ ਭਗਤ ਹੈ ਉਹਦੇ ਮਨ ਦੇ ਵਿੱਚ ਰਾਮ ਨਾਮ ਦਾ ਰਟਨ ਹੁੰਦਾ ਹੈ, ਜ਼ੁਬਾਨ ਦੇ ਉੱਤੇ ਵੀ ਰਾਮ ਨਾਮ ਦਾ ਰਟਨ ਹੁੰਦਾ ਹੈ, ਤੇ ਸਰੀਰ ਕਰਕੇ ਉਹ ਜਗਤ ਦਾ ਉਧਾਰ ਕਰਦਾ ਹੈ। ਤੇ ਦੇਖੋ, ਸਮਝੋ ਇਸ ਗੱਲ ਨੂੰ ਕਿ ਮਨ ਹੈ ਕੀ? ਮਨ ਹੈ ਹੀ ਵਿਚਾਰ। ਜੇ ਵਿਚਾਰ ਹੀ ਮਨ ਹੈ, ਤੇ ਫਿਰ ਇਹੋ ਜਿਹੇ ਵਿਚਾਰ ਆਪਾਂ ਕਿਉਂ ਨਾ ਇਕੱਠੇ ਕਰ ਲਈਏ ਜਿਹਦੇ ਨਾਲ ਮਨ ਜੋਤ ਸਰੂਪ ਹੋ ਜਾਵੇ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਕਿਵੇਂ? ਮਨ ਹਰਜੀ ਤੇਰੇ ਨਾਲ ਹੈ, ਕਿ ਮਨ ਤੇਰੇ ਪਿੱਛੇ ਇੱਕ ਪਰਮੇਸ਼ਰ ਦੀ ਸੱਤਾ ਕੰਮ ਕਰਦੀ ਹੈ। ਉਸ ਪਰਮੇਸ਼ਰ ਨੂੰ ਜਦ ਆਪਾਂ ਜਾਣਦੇ ਹਾਂ, ਇਹਨੂੰ ਆਤਮ ਰੂਪ ਕਹਿੰਦੇ ਹਾਂ। ਤੇ ਫਿਰ ਜਦ ਤੂੰ ਮਨ ਉਸ ਪਰਮਾਤਮਾ ਦੇ ਚਿੰਤਨ ਦੇ ਵਿੱਚ ਹਮੇਸ਼ਾ ਰਹੇਗਾ, ਫਿਰ ਤੂੰ ਜੋਤ ਸਰੂਪ ਹੀ ਹੈ। ਪਰ ਜੇ ਤੂੰ ਮਾਇਆ ਦੇ, ਕਹਿੰਦੇ ਨੇ ਨਾ, ਵਿਦਾਂਤੀ ਇਸ ਗੱਲ ਨੂੰ ਇਦਾਂ ਸਮਝਾਉਂਦੇ ਆ ਕਿ ਜਿਹੜਾ ਮਨ ਹੈ, ਸਮਝ ਲਓ ਇਹ ਮਨ ਹੈ, ਹਾਂਜੀ, ਮਨ ਦੇ ਇੱਕ ਪਾਸੇ ਪਿੱਛੋਂ ਆਤਮਾ ਇਹਨੂੰ ਸ਼ਕਤੀ ਦੇ ਰਹੀ ਹੈ, ਦੂਜੇ ਪਾਸੋਂ ਇਹ ਮਨ ਜੋ ਹੈ ਇੰਦਰੀਆਂ ਦੇ ਨਾਲ ਜੁੜਿਆ ਹੋਇਆ। ਜੇ ਮਹਾਰਾਜ ਕਹਿੰਦੇ ਨੇ ਨਾ, ਉਹ ਵੇਖੇ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹ ਵਿਡਾਨ। ਇੰਦਰੀਆਂ ਦੇ ਨਾਲ ਜੋ ਜੋ ਆਪਾਂ ਇੰਦਰੀਆਂ ਦੇ ਨਾਲ ਕਰਦੇ ਹਾਂ, ਉਹਦਾ ਪਰਛਾਵਾਂ ਮਨ ਤੇ ਪੈਂਦਾ ਹੈ। ਪਰ ਮਨ ਆਤਮਾ ਨੂੰ ਦੇਖਣ ਤੋਂ ਸਮਰੱਥ ਨਹੀਂ, ਕਿਉਂਕਿ ਗਿਆਨ ਇਹਨੂੰ ਇੰਦਰੀਆਂ ਦੇ ਰਾਹੀਂ ਹੁੰਦਾ ਹੈ, ਅੰਤਰਮੁਖੀ ਹੈ ਨਹੀਂ। ਪਿੱਛੋਂ ਜੋ ਇਹਨੂੰ ਸ਼ਕਤੀ ਮਿਲ ਰਹੀ ਹੈ, ਇਹਨੂੰ ਦੇਖਣ ਲਈ ਅਸਮਰੱਥ ਹੈ। ਤੇ ਇਹਨੂੰ ਲੱਗਦਾ ਹੈ ਕਿ ਜੋ ਜੋ ਇੰਦਰੀਆਂ ਮੈਨੂੰ ਭੇਜੀ ਜਾ ਰਹੀ ਹੈ, ਇਨਫੋਰਮੇਸ਼ਨ ਜੋ ਭੇਜ ਰਿਹਾ, ਉਹੋ ਜਿਹਾ ਮੈਂ, ਉਹੋ ਜਿਹਾ ਮੇਰਾ ਮਨ ਹੈ, ਉਹੋ ਜਿਹਾ ਹੀ ਮੇਰਾ ਅਸਤਿਤਵ ਹੈ, ਉਹੋ ਜਿਹਾ ਹੀ ਮੇਰਾ ਸਰੂਪ ਹੈ। ਜੇ ਇੰਦਰੀਆਂ ਦੇ ਰਾਹੀਂ ਇਹ ਚੰਗੇ ਕੰਮ ਕਰਦਾ ਹੈ, ਪੁੰਨ ਕਰਮ ਕਰਦਾ ਹੈ, ਇਹ ਆਪਣੇ ਆਪ ਨੂੰ ਚੰਗਾ ਸਮਝਦਾ ਹੈ, ਤੀਰਥਾਂ ਦੀ ਯਾਤਰਾ ਕਰਦਾ ਹੈ, ਇਸ਼ਨਾਨ ਪਾਣੀ ਆਦਿ ਕਰਦਾ ਹੈ, ਲੰਗਰ ਲਾਉਂਦਾ ਹੈ, ਪੁੰਨ ਕਰਮ ਕਰਦਾ ਤੇ ਪੁੰਨਿਆ ਕਹਾਉਂਦਾ ਹੈ ਕਿ ਮੈਂ ਬਹੁਤ ਪੁੰਨਿਆ ਕਮਾਇਆ ਹੈ। ਪਰ ਇਹ ਅਸਮਰੱਥ ਹੈ, ਕਿਉਂਕਿ ਇੰਦਰੀਆਂ ਦਾ ਵਿਸ਼ਾ ਹੀ ਨਹੀਂ ਹੈ ਆਤਮਾ। ਇੰਦਰੀਆਂ ਤਾਂ ਮਨ ਦੇ ਅੱਗੇ ਹੈ, ਮਨ ਦੇ ਪਿੱਛੇ ਤੇ ਸ਼ਕਤੀ ਆਤਮਾ ਦੀ ਚੱਲਦੀ ਹੈ। ਪਰ ਮਹਾਰਾਜ ਸਾਨੂੰ ਕੀ ਕਹਿ ਰਹੇ ਨੇ ਕਿ ਜੇ ਤੂੰ ਇਸ ਆਤਮਾ ਨੂੰ ਜਾਣਨਾ ਹੈ ਜੋ ਇਸ ਮਨ ਦੇ ਪਿੱਛੇ ਹੈ ਤੇ ਇਹਨੂੰ ਸਾਰੀ ਸ਼ਕਤੀ ਪ੍ਰਦਾਨ ਕਰਨ ਵਾਲਾ, ਤੇ ਫਿਰ ਤੂੰ ਕੀ ਕਰ? ਇੰਦਰੀਆਂ ਦੇ ਰਾਹੀਂ ਇਹੋ ਜਿਹੇ ਆਚਾਰ ਤੇ ਵਿਚਾਰ ਦਾ ਸੰਗ੍ਰਹਿ ਕਰ ਜੋ ਉਸ ਆਤਮਾ ਨੂੰ ਦਿਖਾਉਣ ਦੇ ਵਿੱਚ ਸਮਰੱਥ ਹੋਣ। ਉਹ ਕੀ ਹੈ? ਗੁਰਬਾਣੀ। ਉਹ ਕੀ ਹੈ? ਵੇਦ ਸ਼ਾਸਤਰਾਂ ਦਾ ਪਾਠਨ ਪਠਨ। ਜਦ ਇੰਦਰੀਆਂ ਦੇ ਰਾਹੀਂ ਸ਼ੁਭ ਕਰਮ ਜੋ ਨੇ, ਮਹਾਰਾਜ ਵੀ ਕਹਿੰਦੇ ਨੇ ਸ਼ੁਭ ਕਰਮਨ ਤੇ ਕਬਹੂ ਨਾ ਡਰੋ। ਇਹ ਸ਼ੁਭ ਕਰਮ ਹੁੰਦੇ ਨੇ। ਸ਼ੁਭ ਕਰਮ ਉਹ ਨਹੀਂ ਕਿ ਬਈ ਚਲੋ ਠੀਕ ਹੈ, ਕਿਸੇ ਨੂੰ ਪ੍ਰਸ਼ਾਦਾ ਪਾਣੀ ਛਕਾਣਾ ਵੀ ਸ਼ੁਭ ਕਰਮ ਹੈ, ਪਰ ਸ਼ੁਭ ਕਰਮ ਸਭ ਤੋਂ ਸ਼੍ਰੇਸ਼ਟ ਕੀ ਹੈ? ਨਾਮ ਜਪਣਾ। ਹਰ ਕੋ ਨਾਮ ਜਪ ਨਿਰਮਲ ਕਰਮ। ਨਾਮ ਜਪਣਾ ਸਭ ਤੋਂ ਸ਼੍ਰੇਸ਼ਟ ਹੈ। ਪਰ ਨਾਮ ਵੀ ਕਹਿੰਦੇ ਆ ਹਿਰਦੇ ਦੇ ਵਿੱਚ ਤਾਂ ਹੀ ਬਸਦਾ ਜੇ ਕਿਸੇ ਦੀ ਪਹਿਲਾਂ ਇੰਦਰੀਆਂ ਦੇ ਰਾਹੀਂ, ਸਰੀਰ ਦੇ ਰਾਹੀਂ ਸੇਵਾ ਕਰੀਏ, ਫਿਰ ਉਹ ਗਿਆਨ ਮਨ ਦੇ ਵਿੱਚ ਟਿਕਦਾ ਹੈ। ਫਿਰ ਜਿਹੜਾ ਪਰਮਾਤਮਾ ਆਤਮਾ ਦਾ ਜਿਹੜਾ ਸਰੂਪ ਹੈ, ਇਹਦਾ ਝਲਕ ਮਨ ਦੇ ਉੱਤੇ ਪੈਂਦਾ ਹੈ, ਕਿਉਂਕਿ ਮਨ ਠਹਿਰਾਵ ਦੇ ਵਿੱਚ ਆ ਜਾਂਦਾ ਹੈ, ਫਿਰ ਆਤਮ ਗਿਆਨ ਹੋ ਜਾਂਦਾ ਹੈ। ਸੋ ਇਸ ਕਰਕੇ ਪਹਿਲਾਂ ਸਰਗੁਣ ਦੀ ਉਪਾਸਨਾ ਬਹੁਤ ਜ਼ਰੂਰੀ ਹੈ। ਸਰਗੁਣ ਦੀ ਉਪਾਸਨਾ ਇੰਦਰੀਆਂ ਦੇ ਰਾਹੀਂ ਹੁੰਦਾ ਹੈ। ਇੰਦਰੀਆ ਹੈ ਹੀ ਸਰੀਰ, ਸਰੀਰ ਕਰਕੇ ਹੁੰਦਾ ਹੈ, ਬਾਣੀ ਕਰਕੇ ਹੁੰਦਾ ਹੈ। ਜੋ ਦਿਸਦਾ ਹੈ, ਜੋ ਸੁਣਦਾ ਹੈ, ਇਹ ਸਭ ਕੁਝ ਸਰਗੁਣ ਹੈ। ਫਿਰ ਜਦ ਸਰਗੁਣ ਦੀ ਭਗਤੀ ਪੱਕ ਜਾਂਦੀ ਹੈ, ਆਤਮਾ ਦਾ ਜੋ ਪਰਛਾਵਾਂ ਹੈ, ਪ੍ਰਤੀਬਿੰਬ ਹੈ, ਉਹ ਸਾਨੂੰ ਮਨ ਦੇ ਉੱਤੇ ਝਲਕ ਦਿਖਦਾ ਹੈ। ਫਿਰ ਸਾਨੂੰ ਇਹ ਥੋੜੀ ਛਿਨ ਭਰ ਦੇ ਲਈ ਜੇ ਮਨ ਟਿਕ ਜਾਵੇ ਨਾ, ਮਹਾਰਾਜ ਵੀ ਕਹਿੰਦੇ ਨੇ ਕਿ ਜੇ ਇੱਕ ਨਿਮਕ ਕਿਸੇ ਨੂੰ ਆਤਮਾ ਦਾ ਪ੍ਰਗਟਾਵਾ ਹੋ ਜਾਵੇ ਥੋੜਾ ਜਿਹਾ ਵੀ, ਫਿਰ ਉਹ ਕਾਲ ਫਾਸ ਕੇ ਵਿੱਚ ਨਾ ਆਵੇ। ਫਿਰ ਉਹ ਕਾਲ ਦੇ ਵਿੱਚ ਨਹੀਂ ਆਉਂਦਾ, ਕਿਉਂਕਿ ਉਹਨੂੰ ਪਤਾ ਲੱਗ ਜਾਂਦਾ ਕਿ ਇਸ ਇੰਦਰੀਆਂ ਦੇ ਰਾਹੀਂ ਵੀ ਅੱਗੇ ਕੋਈ ਚੀਜ਼ ਹੈ, ਕੋਈ ਮਨ ਦੇ ਪਿੱਛੇ ਵੀ ਕੋਈ ਚੀਜ਼ ਹੈ।
ਫਿਰ ਉਹ ਉਸ ਸਰੂਪ ਦਾ ਹਮੇਸ਼ਾ ਹੀ ਚਿੰਤਨ ਕਰਨ ਦੇ ਲਈ ਪ੍ਰਯਤਨ ਕਰਦਾ ਹੈ, ਤੇ ਕਰਦਾ ਕਰਦਾ ਅਭਿਆਸ ਕਰਦਾ ਕਰਦਾ ਉਹਦਾ ਅਭਿਆਸ ਪੱਕ ਜਾਂਦਾ ਹੈ। ਪਰ ਹਮੇਸ਼ਾ ਹੀ ਉਹਨੂੰ ਆਤਮ ਚਿੰਤਨ ਹੁੰਦਾ ਹੈ। ਜਿਵੇਂ ਹੁਣ ਗਰੁੱਪ ਦੇ ਵਿੱਚ ਆਪਾਂ ਕਹਿ ਲਈਏ ਜਪਨੀਤ ਕੌਰ ਹੈ, ਹਾਂਜੀ, ਜਪਨੀਤ ਕੌਰ ਨੂੰ ਹਮੇਸ਼ਾ ਸਵੇਰੇ ਉੱਠ ਕਰਕੇ ਆਪਣੇ ਆਪ ਨੂੰ ਇਹ ਯਾਦ ਦਿਲਾਉਣ ਦੀ ਲੋੜ ਨਹੀਂ ਕਿ ਮੈਂ ਜਪਨੀਤ ਕੌਰ ਹਾਂ। ਤੇ ਕੋਈ ਬਾਹਰੋਂ ਆ ਕਰਕੇ ਉਹਨੂੰ ਹਰ ਸਵੇਰੇ ਯਾਦ ਦਿਲਾਵੇ, ਜਪਨੀਤ ਤੈਨੂੰ ਯਾਦ ਹੈ ਤੂੰ ਜਪਨੀਤ ਹੈ। ਜਪਨੀਤ ਕੀ ਸੋਚੋਗੇ, ਯਾਰ ਬੰਦਾ ਪਾਗਲ ਹੈ, ਮੈਨੂੰ ਕਿਉਂ ਦੱਸੀ ਜਾਂਦਾ, ਮੈਨੂੰ ਤਾਂ ਪਤਾ। ਇਵੇਂ ਹੀ ਜਿਹੜਾ ਆਤਮ ਗਿਆਨ ਦੇ ਵਿੱਚ ਸਥਿਤ ਹੋ ਜਾਵੇ ਬ੍ਰਹਮ ਗਿਆਨੀ, ਉਹਨੂੰ ਆਪਣੇ ਆਪ ਨੂੰ ਯਾਦ ਦਿਲਾਉਣ ਦੀ ਲੋੜ ਨਹੀਂ ਕਿ ਮੈਂ ਆਤਮਾ, ਉਹਨੂੰ ਤਾਂ ਪਤਾ ਹੀ ਹੈ। ਤੇ ਨਾ ਉਹ ਕਿਸੇ ਨੂੰ ਜਾ ਕਰਕੇ ਦੱਸਦਾ ਹੈ ਕਿ ਮੈਂ ਬ੍ਰਹਮ ਗਿਆਨੀ ਹਾਂ। ਜਿਵੇਂ ਇੱਕ ਮਨੁੱਖ ਦੂਜੇ ਮਨੁੱਖ ਨੂੰ ਜਾ ਕਰਕੇ ਦੱਸੇ ਭਾਈ ਮੈਂ ਮਨੁੱਖ ਹਾਂ, ਦੇਖ ਮੈਨੂੰ, ਅਗਲਾ ਕੀ ਕਹੂਗਾ? ਅਗਲਾ ਤਾਂ ਛੱਡੋ, ਪਰ ਜਿਹੜਾ ਕਹਿਣ ਵਾਲਾ ਹੈ ਉਹਨੂੰ ਆਪਣੇ ਆਪ ਦੇ ਵਿੱਚ ਇਹ ਅਹਿਸਾਸ ਹੋਊਗਾ ਮੈਂ ਤਾਂ ਬੇਵਕੂਫੀ ਵਾਲਾ ਕੰਮ ਕਰ ਰਿਹਾ। ਮਨੁੱਖ ਹੋਣ ਤੇ ਮੈਂ ਦੂਜੇ ਮਨੁੱਖ ਨੂੰ ਜਾ ਕਰਕੇ ਕਹਿ ਰਿਹਾ ਕਿ ਮੈਂ ਮਨੁੱਖ ਹਾਂ, ਮੈਨੂੰ ਦੇਖ, ਮੇਰੀ ਵਡਿਆਈ ਕਰ। ਇਵੇਂ ਜਿਹੜੇ ਬ੍ਰਹਮ ਗਿਆਨ ਦੀ ਅਵਸਥਾ ਦੇ ਵਿੱਚ ਹੁੰਦਾ ਹੈ ਉਹਨੂੰ ਸਭ ਜਗ੍ਹਾ ਹੀ ਗੋਬਿੰਦ ਦਿਸਦਾ ਹੈ। ਉਹ ਕਿਸ ਨੂੰ ਜਾ ਕੇ ਕਹੇ ਕਿ ਦੇਖ ਮੈਂ ਗੋਬਿੰਦ ਹਾਂ, ਮੈਨੂੰ ਅਵਸਥਾ ਪ੍ਰਾਪਤ ਹੋਈ ਹੈ, ਉਹ ਆਪਣੇ ਆਪ ਦੇ ਵਿੱਚ ਸ਼ਰਮਨਾਕ ਚੀਜ਼ ਸਮਝਦਾ ਹੈ ਇਹ ਜਾ ਕਰਕੇ ਦੱਸਣ ਲਈ ਕਿ ਮੈਂ ਦੇਖਾਂ ਬ੍ਰਹਮ ਗਿਆਨ ਦੀ ਅਵਸਥਾ। ਕਿਹਨੂੰ ਦੱਸਣਾ? ਜਦੋਂ ਉਹਨੂੰ ਦੇਖੀ ਹਰ ਜਗ੍ਹਾ ਗੋਬਿੰਦ ਰਿਹਾ, ਕਿਹਨੂੰ ਜਾ ਕੇ ਦੱਸੇ? ਠੀਕ ਹੈ ਜੀ। ਸੋ ਇਸ ਕਰਕੇ ਇਸ ਤਰੀਕੇ ਦੇ ਨਾਲ ਮਨ ਇਕਾਗਰ ਹੁੰਦਾ ਹੈ। ਇੰਦਰੀ ਦਸੇ ਦਿਸ ਫੁਨ ਧਾਵਤ ਤ੍ਰੈ ਗੁਣਿਆ ਖਿਨ ਨਾ ਟਿਕਾ, ਖਿਨ ਨਾ ਟਿਕਾਏ ਟਿਕਾਵੈ ਗੋ। ਜੋ ਇੰਦਰੀਆਂ ਨੇ ਸਰੀਰ ਦੀਆਂ, ਗਿਆਨ ਇੰਦਰੀਆਂ, ਕਰਮ ਇੰਦਰੀਆਂ, ਇਹ ਹਮੇਸ਼ਾ ਹੀ ਦਸੋ ਦਿਸ਼ਾ ਦੇ ਵਿੱਚ ਫਿਰਦੀਆਂ ਨੇ। ਸਰੀਰ ਵੀ ਸਵੇਰ ਤੋਂ ਲੈ ਕਰਕੇ ਸ਼ਾਮ ਤੱਕ ਆਪਾਂ ਕਿੰਨੇ ਕੰਮ ਕਰਦੇ ਆ, ਮਨ ਕਿੰਨੇ ਕੰਮ ਕਰਦਾ, ਬਾਣੀ ਤੋਂ ਆਪਾਂ ਕਿੰਨੇ ਕੰਮ ਲੈਂਦੇ ਆ। ਇਹਨਾਂ ਨੂੰ ਟਿਕਾਵਾ ਕਿਤੇ ਵੀ ਨਹੀਂ ਆਉਂਦਾ। ਦਿਲ ਨੂੰ ਦੇਖ ਲਓ, ਜੇ ਦਿਲ ਰੁਕ ਜਾਵੇ ਉੱਥੇ ਮਰਨ। ਤੇ ਧੜਕਣ ਤਾਂ ਕਦੋਂ ਤੋਂ ਚੱਲ ਰਿਹਾ, ਸਰੀਰ ਤਾਂ ਕਦੋਂ ਦੀ ਕਿਰਿਆ ਕਰ ਰਹੀ ਹੈ, ਸਾਹ ਆਪਾਂ ਹਮੇਸ਼ਾ ਹੀ ਲਈ ਜਾਂਦੇ ਆ। ਇਹਦੇ ਵਿੱਚ ਤਾਂ ਆਪਾਂ ਨਹੀਂ ਟਿਕਾ ਸਕਦੇ ਇਹਨੂੰ। ਪਰ ਕੀ, ਕਿਸ ਚੀਜ਼ ਦਾ ਆਪਾਂ ਤਿਆਗ ਕਰ ਸਕਦੇ ਹਾਂ? ਇੱਕ ਹੀ ਚੀਜ਼ ਦਾ ਤਿਆਗ ਹੈ, ਕੋਈ ਵਸਤੂ ਦਾ ਤਿਆਗ ਨਹੀਂ। ਕੋਈ ਵਸਤੂ ਆਪਣੇ ਉੱਤੇ ਲੈ ਕਰਕੇ ਜਾਂ ਉਹਦਾ ਤਿਆਗ ਕਰਕੇ ਗਿਆਨ ਨਹੀਂ ਮਿਲਣਾ। ਇੱਕ ਹੀ ਚੀਜ਼ ਦਾ ਤਿਆਗ ਹੈ, ਉਹ ਹੈ ਇੱਛਾ ਦਾ। ਤੇ ਇੱਛਾ ਦੀ ਹੋਂਦ ਕਿੱਥੋਂ ਹੁੰਦੀ ਹੈ? ਉਹ ਹੈ ਹੰਕਾਰ। ਅਹੰਕਾਰ ਨੂੰ ਆਪਾਂ ਸਮਝ ਨਹੀਂ ਸਕਦੇ ਕੀ ਚੀਜ਼ ਹੈ, ਆਪਾਂ ਕਹਿ ਤਾਂ ਦਿੰਦੇ ਹਾਂ ਹੰਕਾਰ ਹੈ। ਹੰਕਾਰ ਦੀ ਹੋਂਦ ਇੱਛਾ ਕਰਕੇ ਪ੍ਰਗਟ ਹੁੰਦੀ ਹੈ। ਜੇ ਇੱਛਾ ਕਰਦੀ ਹੈ ਤੇ ਹੰਕਾਰ ਉੱਥੇ ਹੀ ਹੈ। ਤੇ ਜੇ ਇੱਛਾ ਨੂੰ ਆਪਾਂ ਕੱਢ ਦਈਏ ਕਿ ਮੇਰੀ ਇੱਛਾ ਨਹੀਂ ਜੀ, ਪ੍ਰਭ ਡੋਰੀ ਹਾਥ ਤੁਮਾਰੇ, ਫਿਰ ਜਦ ਇੱਛਾ ਹੀ ਨਹੀਂ ਮੇਰੀ, ਸਭ ਪ੍ਰਭੂ ਦੇ ਹੱਥ ਦੇ ਵਿੱਚ ਹੈ, ਫਿਰ ਹੰਕਾਰ ਵੀ ਨਸ਼ਟ ਹੋ ਜਾਂਦਾ ਹੈ। ਹੰਕਾਰ ਹੋਏ ਨਸ਼ਟ ਤਾਂ ਫਿਰ ਆਤਮ ਗਿਆਨ ਹੋ ਜਾਂਦਾ ਹੈ, ਕਿਉਂਕਿ ਮਨ ਜੋ ਹੈ ਟਿਕ ਜਾਂਦਾ ਹੈ। ਮਹਾਰਾਜ ਕਹਿੰਦੇ ਧਾਵਤ ਮਨ ਰਾਖੈ ਇੱਕ ਠਾਏ। ਮਨ ਜੋ ਹੈ ਜਦ ਭਜਦਾ ਹੋਇਆ ਮਨ ਇੱਕ ਸਥਾਨ ਦੇ ਉੱਤੇ ਟਿਕ ਜਾਵੇ ਜਾਂ ਇੱਕ ਵਸਤੂ ਦੇ ਉੱਤੇ ਟਿਕ ਜਾਵੇ, ਫਿਰ ਉਹਦੇ ਵਿੱਚ ਪ੍ਰਤੀਬਿੰਬ ਦੇਖਿਆ ਜਾ ਸਕਦਾ ਹੈ। ਜਿਵੇਂ ਚਲਦੇ ਪਾਣੀ ਦੇ ਵਿੱਚ ਆਪਣਾ ਸ਼ਕਲ ਦੇਖਣਾ, ਸਰੂਪ ਦੇਖਣਾ ਨਾ ਦੇ ਬਰਾਬਰ ਹੀ ਹੈ, ਨਹੀਂ ਸਮਝ ਆਉਂਦਾ। ਤੇ ਜੇ ਉਹੀ ਪਾਣੀ ਰੁਕ ਜਾਵੇ ਤੇ ਫਿਰ ਆਪਣਾ ਪ੍ਰਤੀਬਿੰਬ ਪਾ ਪਰਛਾਂ ਅਸੀਂ ਦੇਖ ਸਕਦੇ ਹਾਂ, ਰਿਫਲੈਕਸ਼ਨ ਦੇਖ ਸਕਦੇ ਹਾਂ। ਇਵੇਂ ਚਲਦੇ ਮਨ ਭਾਵ ਜਦ ਮਨ ਇੱਕ ਚੀਜ਼ ਤੋਂ ਦੂਜੇ ਵਸਤੂ ਵੱਲ ਭੱਜਦਾ ਹੈ, ਦੂਜੇ ਤੋਂ ਤੀਜੇ, ਤੀਜੇ ਤੋਂ ਚੌਥੇ, ਇਵੇਂ ਅਨੇਕ ਲੜੀ ਲਾਈ ਰੱਖਦਾ ਹੈ ਫੁਰਨਿਆਂ ਦੀ, ਤੇ ਮਨ ਤਾਂ ਟਿਕ ਨਹੀਂ ਰਿਹਾ। ਤੇ ਇਹਨੂੰ ਕਿਵੇਂ ਟਿਕਾਇਆ ਜਾਵੇ? ਇੱਕ ਵਸਤੂ ਦੇ ਟਿਕਾ ਕਰਕੇ। ਉਹ ਕੀ ਹੈ? ਜਿਵੇਂ ਆਪਾਂ ਹੁਣ ਐਗਜ਼ਾਮਪਲ ਬਹੁਤ ਸੌਖੇ ਤਰੀਕੇ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ। ਦਸਮ ਬਾਣੀ ਦੇ ਵਿੱਚ ਅਕਾਲ ਉਸਤਤ ਵਿੱਚ ਮਹਾਰਾਜ ਕਹਿ ਰਹੇ ਨੇ ਕਿ ਜਲੇ ਹਰੀ ਥਲੇ ਹਰੀ, ਜਲ ਤੇ ਹਰੀ। ਇਹ ਅਭਿਆਸ ਮਹਾਰਾਜ ਨੇ ਦੱਸਿਆ ਹੈ, ਇਹ ਸਿਰਫ ਕਹਿਣ ਮਾਤਰ ਨਹੀਂ ਹੈ। ਇਹ ਸਿਰਫ ਪਾਠ ਲਿਖ ਕਰਕੇ ਪੜ੍ਹਨ ਲਈ ਨਹੀਂ, ਇਹਨੂੰ ਸਮਝਣ ਲਈ ਹੈ।
ਸਮਝੋ ਇਸ ਗੱਲ ਨੂੰ। ਇੱਕ ਜਲ ਹੈ, ਇੱਕ ਹਰੀ ਹੈ, ਦੋ ਚੀਜ਼ਾਂ ਹੋ ਗਈਆਂ, ਦੁਆਇਤ ਹੋ ਗਈ। ਫਿਰ ਅੱਗੇ ਜਾ ਕਰਕੇ ਮਹਾਰਾਜ ਜੀ 16,000 ਬਾਰ ਤੂੰ ਹੀ ਦਾ ਜਾਪ ਕਰਦੇ ਆ। ਕਿਉਂ ਕਰਦੇ ਆ? ਪਹਿਲਾਂ ਦੋ ਚੀਜ਼ਾਂ ਦਾ ਨਾਮ ਲੈਂਦੇ ਆ, ਫਿਰ ਉਹਦੇ ਬਾਅਦ ਸਿਰਫ ਇਕੱਲੇ ਇੱਕ ਦਾ ਨਾਮ ਲੈਂਦੇ ਆ, ਉਹ ਹੈ ਤੂੰ। ਉੱਥੇ ਵੀ ਮਹਾਰਾਜ ਰੁਕਣਾ ਨਹੀਂ ਚਾਹੁੰਦੇ ਸੀ। ਉਹ ਤਾਂ ਭਾਈ ਮਨੀ ਜੀ ਨੇ ਮਹਾਰਾਜ ਨੂੰ ਹੱਥ ਲਾਇਆ ਤੇ ਮਹਾਰਾਜ ਨੂੰ ਉੱਥੇ ਇੱਕ ਤਰੀਕੇ ਨਾਲ ਸੰਕੇਤ ਕੀਤਾ ਕਿ ਮਹਾਰਾਜ ਅੱਗੇ ਵੀ ਬਾਣੀ ਉਚਾਰੋ। ਨਹੀਂ ਤਾਂ ਮਹਾਰਾਜ ਨੇ ਤਾਂ ਰੁਕਣਾ ਹੀ ਨਹੀਂ ਸੀ। ਮਹਾਰਾਜ ਨੇ ਹਮੇਸ਼ਾ ਹੀ ਤੂੰ ਹੀ ਦਾ ਜਾਪ ਕਰਨਾ ਸੀਗਾ। ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ 13 13 ਕਰਕੇ ਤੋਲਦੇ ਰਹਿੰਦੇ ਸੀ, ਇਵੇਂ ਹੀ ਦਸਮ ਰੂਪ ਦੇ ਵਿੱਚ ਮਹਾਰਾਜ ਤੂੰ ਹੀ ਦਾ ਜਾਪ ਕਰਦੇ ਰਹੇ। ਪਰ ਉਸ ਤੋਂ ਪਹਿਲਾਂ ਦੋ ਚੀਜ਼ਾਂ ਸੀਗੀਆਂ, ਇੱਕ ਹਰੀ ਹੈ, ਇੱਕ ਜਲ ਹੈ, ਇੱਕ ਪੱਤਾ ਹੈ ਨਾ, ਪਤਸਤੂ ਹੀ, ਪੱਤਿਆਂ ਦੇ ਵਿੱਚ ਵੀ ਤੂੰ ਹੈ, ਥਲ ਦੇ ਵਿੱਚ ਵੀ ਤੂੰ ਹੈ। ਦੋ ਚੀਜ਼ਾਂ, ਇੱਕ ਥਲ ਹੈ, एक हरी है। एक पत्ता है, एक हरी है। एक जल है, एक हरी है। ਮਹਾਰਾਜ ਕਹਿੰਦੇ ਕਿ ਮੈਂ ਆਪਣੇ ਮਨ ਨੂੰ, ਭਾਵ ਸਾਨੂੰ ਸਿਖਾਉਣ ਲਈ ਦੱਸ ਰਿਹਾ ਕਿ ਜਦ ਤੁਸੀਂ ਜਲ ਨੂੰ ਦੇਖਦੇ ਹੋ ਉਸ ਵੇਲੇ ਹਰੀ ਦਾ ਚੇਤਾ ਕਰੋ। ਇਹ ਜਲ ਨਹੀਂ ਹੈ, ਇਹ ਹਰੀ ਹੈ। ਇਹਦਾ ਅਭਿਆਸ ਇਦਾਂ ਕਰਨਾ। ਇਹ ਪੱਤਾ ਨਹੀਂ, ਇਹ ਦਰਖਤ ਨਹੀਂ, ਇਹ ਹਰੀ ਹੈ। 84 ਜੀਵ ਜੰਤ ਜਿਵੇਂ ਜਿੰਨੇ ਦੇਖਦੇ ਆ, ਇਹ ਉਹ ਜੀਵ ਜੰਤ ਨਹੀਂ, ਇਹ ਤੂੰ ਹੀ ਹੈ ਮਹਾਰਾਜ, ਇਹ ਹਰੀ ਹੈ। ਫਿਰ ਜਦ ਇਦਾਂ ਦੁਐਤ ਤੋਂ ਏਕ ਰੂਪ ਆਪਾਂ ਦਾ ਅਭਿਆਸ ਕਰਦੇ ਨਾ, ਦੋ ਚੀਜ਼ਾਂ ਦੇ ਵਿੱਚ ਹੀ ਅਭਿਆਸ ਹੁੰਦਾ, ਪਰ ਉਸ ਦੂਜੀ ਚੀਜ਼ ਨੂੰ ਰਿਪਲੇਸ ਕਰੀ ਜਾਓ। ਇਹ ਹਰੀ ਹੈ, ਇਹ ਹਰੀ ਹੈ, ਇਹ ਹਰੀ ਹੈ। ਕੰਨਾਂ ਦੇ ਵਿੱਚ ਜੋ ਬੋਲ ਪੈਂਦੇ ਆ, ਇਹ ਹਰੀ ਦੀ ਬਾਣੀ ਹੈ, ਇਹ ਹਰੀ ਦੀ ਬਾਣੀ ਹੈ। ਇਵੇਂ ਜਦ ਅਭਿਆਸ ਪੱਕ ਜੂਗਾ, ਮਨ ਦੂਜੀ ਚੀਜ਼ ਨੂੰ ਜਾਣੂਗਾ ਹੀ ਨਹੀਂ, ਕਿਉਂਕਿ ਤੁਸੀਂ ਰਿਪਲੇਸ ਕਰਦੇ ਰਹੇ। ਸੰਸਾਰ ਦੇ ਵਿੱਚ ਸਾਰਿਆਂ ਨੂੰ ਸਾਨੂੰ ਕਿੰਨੇ ਚੀਜ਼ਾਂ ਦੱਸਦੀਆਂ ਹਨਾ। ਇਵੇਂ ਇੱਕ ਮਹਾਤਮਾ ਦੇ ਕੋਲ ਨਾ ਉਹਦੇ ਸ਼ਿਸ਼ੇ ਆਏ, ਵਿਦਿਆਰਥੀ ਸੀਗੇ, ਕਾਫੀ ਟਾਈਮ ਮਹਾਤਮਾ ਕੋਲ ਪੜ੍ਹਦੇ ਰਹੇ, ਪਰ ਉਹਨਾਂ ਦੇਖਿਆ ਜਿਹੜੇ ਮਹਾਤਮਾ ਨੇ ਆਪਣੇ ਕੁਟੀਆ ਤੋਂ ਕਦੇ ਬਾਹਰ ਗਏ ਹੀ ਨਹੀਂ, ਤੇ ਆਸੇ-ਪਾਸੇ ਘੁੰਮਦੇ ਸੀ। ਤੇ ਉਹਨਾਂ ਨੇ ਮਹਾਤਮਾ ਨੂੰ ਪੁੱਛਿਆ ਕਿ ਮਹਾਤਮਾ ਜੀ, ਅਸੀਂ ਤੁਹਾਡੇ ਕੋਲੋਂ ਬਹੁਤ ਵਿਦਿਆ ਪੜ੍ਹੀ ਹੈ, ਤੇ ਅਸੀਂ ਹੁਣ ਚਾਹੁੰਦੇ ਹਾਂ ਕਿ ਥੋੜਾ ਜਿਹਾ ਘੁੰਮ ਫਿਰ ਕੇ ਆਈਏ, ਹਨਾ। ਥੋੜਾ ਸਮਾਂ ਸਾਨੂੰ ਹੋ ਗਿਆ ਆਪ ਜੀ ਕੋਲ ਵਿਦਿਆ ਪੜ੍ਹਦੇ ਹੋਏ। ਮਹਾਤਮਾ ਕਹਿੰਦੇ ਜਾਓ। ਤੇ ਵਿਦਿਆਰਥੀ ਥੋੜੇ ਦਿਨ ਸੈਰ ਕਰਕੇ ਆਏ, ਆਸੇ-ਪਾਸੇ ਦੇ ਨਗਰ ਦੇਖ ਕਰਕੇ ਆਏ, ਰੰਗ ਤਮਾਸ਼ਾ ਦੇਖ ਕਰਕੇ ਆਏ। ਫਿਰ ਮਹਾਤਮਾ ਕੋਲ ਆ ਕਰਕੇ ਮੱਥਾ ਟੇਕਦੇ ਆਏ ਤੇ ਕਹਿੰਦੇ ਕਿ ਸਾਰੀਆਂ ਗੱਲਾਂ ਕਰਨ ਲੱਗ ਗਏ, ਅਸੀਂ ਇਹ ਦੇਖਿਆ ਜੀ, ਉਹ ਦੇਖਿਆ ਜੀ। ਮਹਾਤਮਾ ਇੱਕ ਤਰੀਕੇ ਨਾਲ ਹੱਸੇ ਵੀ ਤੇ ਨਾਲੇ ਅੰਦਰ ਦੁਖੀ ਵੀ ਹੋਏ। ਦੁਖੀ ਕਿਸ ਕਰਕੇ? ਕਿ ਮੇਰੇ ਵਿਦਿਆਰਥੀਆਂ ਨੂੰ ਹਜੇ ਗਿਆਨ ਨਹੀਂ ਹੋਇਆ, ਤੇ ਖੁਸ਼ੀ ਇਸ ਕਰਕੇ ਕਿ ਮਹਾਰਾਜ ਦੀ ਕਿਰਪਾ ਨਾਲ ਮਹਾਤਮਾ ਕਹਿੰਦਾ ਕਿ ਮੈਨੂੰ ਮੇਰਾ ਜਿਹੜਾ ਅਭਿਆਸ ਹੈ ਉਹ ਪੱਕ ਗਿਆ। ਉਹ ਕਿਵੇਂ? ਕਿਉਂਕਿ ਵਿਦਿਆਰਥੀਆਂ ਨੇ ਇੱਕ ਸਵਾਲ ਪੁੱਛਿਆ ਮਹਾਤਮਾ ਨੂੰ। ਕਹਿੰਦਾ ਮਹਾਤਮਾ ਜੀ, ਤੁਹਾਡੀ ਇੰਨੀ ਉਮਰ ਹੋ ਗਈ ਹੈ, ਬਿਰਧ ਅਵਸਥਾ ਨੂੰ ਤੁਸੀਂ ਪ੍ਰਾਪਤ ਹੋਏ ਹੋ, ਤੁਸੀਂ ਸੰਸਾਰ ਦੇ ਵਿੱਚ ਕਿਹੜੀ ਕਿਹੜੀ ਵਸਤੂ ਦੇਖੀ ਹੈ? ਅਸੀਂ ਥੋੜੇ ਦਿਨਾਂ ਦੇ ਵਿੱਚ ਇੰਨੀਆਂ ਚੀਜ਼ਾਂ ਦੇਖ ਆਏ। ਤੁਹਾਡੀ ਤਾਂ ਹੁਣ ਉਮਰ ਹੀ ਬਿਰਧ ਹੈ, ਤੁਸੀਂ ਕਿੰਨੀਆਂ ਚੀਜ਼ਾਂ ਦੇਖੀਆਂ, ਕਿਹੜੇ ਕਿਹੜੇ ਸਥਾਨ ਦੇਖੇ? ਮਹਾਤਮਾ ਕਹਿੰਦਾ ਕਿ ਇਹਨਾਂ ਨੂੰ ਜੇ ਮੈਂ ਹੁਣ ਦੱਸਣਾ ਆ ਤਾਂ ਫਿਰ ਮੈਂ ਉਹੀ ਦੱਸਾਂ ਜੋ ਦਸਮ ਪਾਤਸ਼ਾਹ ਨੇ ਦੱਸਿਆ ਅਕਾਲ ਉਸਤਤ ਦੀ ਬਾਣੀ 'ਚ। ਮਹਾਤਮਾ ਕਹਿੰਦਾ ਵਿਦਿਆਰਥੀਓ, ਮੈਂ ਸੰਸਾਰ ਦੇ ਵਿੱਚ ਸਿਰਫ ਇੱਕ ਵਸਤੂ ਦੇਖੀ ਹੈ, ਦੂਜੀ ਦੇਖੀ ਹੀ ਨਹੀਂ। ਉਹ ਕਿਵੇਂ ਹੈ? ਇਦਾਂ ਕਿੱਦਾਂ ਹੁੰਦਾ ਜੀ ਮਹਾਤਮਾ ਜੀ? ਅਸੀਂ ਤਾਂ ਥੋੜੇ ਦਿਨਾਂ ਦੇ ਵਿੱਚ ਇੰਨੀਆਂ 100 ਚੀਜ਼ਾਂ, 200 ਚੀਜ਼ਾਂ ਦੇਖ ਆਏ ਆ। ਕਿਤੇ ਸੋਹਣੇ ਪਹਾੜ ਦੇਖੇ, ਕਿਤੇ ਨਦੀ ਦੇਖੀ, 84 ਲੱਖ ਜੀਵ ਜੰਤ ਦੇ ਵਿੱਚੋਂ ਕਿੰਨੇ ਜੀਵ ਜੰਤ ਅਸੀਂ ਦਰਸ਼ਨ ਕੀਤੇ ਨੇ। ਕਿੰਨੇ ਸੋਹਣੇ ਮਨੁੱਖ ਸੀ, ਕਿਤੇ ਰਾਗ ਕੀਰਤਨ ਹੋ ਰਿਹਾ, ਕਿਤੇ ਨਾਚ ਗਾਣਾ ਹੋ ਰਿਹਾ, ਸਾਰਾ ਕੁਝ ਦੇਖਿਆ ਆਪਾਂ। ਤੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਇੱਕ ਹੀ ਚੀਜ਼ ਦੇਖੀ ਹੈ, ਇੰਨਾ ਤੁਹਾਨੂੰ ਸਮਾਂ ਹੋ ਗਿਆ ਪ੍ਰਿਥਵੀ 'ਤੇ ਰਹਿੰਦੇ ਹੋ। ਕਹਿੰਦੇ ਨਹੀਂ, ਮੈਂ ਇੱਕ ਹੀ ਵਸਤੂ ਦੇਖਿਆ। ਕਹਿੰਦਾ ਜਿੱਥੇ ਮੈਂ ਦੇਖਿਆ ਉਹ ਸਿਰਫ ਹਰੀ ਦੇਖਿਆ। ਉੱਥੇ ਵਿਦਿਆਰਥੀਆਂ ਨੂੰ ਫਿਰ ਸਾਰਾ ਗਿਆਨ ਇਕੱਠਾ ਹੋ ਕਰਕੇ ਮਨ 'ਚ ਆਇਆ ਕਿ ਇੰਨੇ ਸਾਲ ਸਾਨੂੰ ਮਹਾਤਮਾ ਇਹੀ ਤਾਂ ਪੜ੍ਹਾਉਂਦੇ ਰਹੇ ਕਿ ਦੋ ਚੀਜ਼ਾਂ ਦੇਖੋ ਹੀ ਨਾ, ਹਰ ਜਗ੍ਹਾ ਹੈ ਹੀ ਹਰੀ। ਇਹਦਾ ਹੀ ਤਾਂ ਅਭਿਆਸ ਕਰਨਾ ਸੀ। ਸੋ ਇਹੀ ਅਭਿਆਸ ਗੁਰੂ ਦਸਮ ਪਾਤਸ਼ਾਹ ਜੀ ਨੇ ਅਕਾਲ ਉਸਤਤ ਦੀ ਬਾਣੀ ਦੇ ਵਿੱਚ ਦੱਸਿਆ।
ਤੇ ਜਦ ਉਸ ਤਰੀਕੇ ਨਾਲ ਅਭਿਆਸ ਕਰਦੇ ਆ ਤੇ ਆਪੇ ਹੀ ਵਿਸਮਾਦ ਦੇ ਵਿੱਚ ਚਲ ਜਾਓਗੇ ਤੇ ਤੂੰ ਹੀ ਦਾ ਜਾਪ ਰੁਕਦਾ ਹੀ ਨਹੀਂ। ਸੋ ਇਦਾਂ ਇਹਦਾ ਅਭਿਆਸ ਕਰਨਾ ਹੈ। ਜੋ ਦੋ ਚੀਜ਼ਾਂ ਦੇਖਦੇ ਹੋ, ਦੂਜੀ ਚੀਜ਼ ਨੂੰ ਕੱਟ ਕਰਕੇ ਹਰੀ ਦਾ ਨਾਮ ਲਾ ਲਓ ਤੇ ਪਿੱਛੇ ਰਹਿ ਹੀ ਜਾਊਗਾ ਹਰੀ ਹਰੀ। ਮਹਾਰਾਜ ਕਹਿੰਦਾ ਤੂੰ ਕਰਤਾ ਤੂੰ ਹੁਆ ਮੁਝਵੇ ਰਹਾ ਨਾ ਹੂੰ, ਜब आपा पर का मिट गया तब देखा जब तू। हर जगह महाराज तेरे ही दर्शन होंगे ने, और पीछे कुछ रहा ही नहीं। हाँ जी। सम अध्यास आद विकक्ष तो व्यवहार है समाध्य एवं विलोक्य नियमम एवं एव अहं आस्थितः। हाँ ਹੁਣ ਮਿਥਿਆ ਗਿਆਨ ਦੋ ਪ੍ਰਕਾਰ ਦਾ ਗਿਆਨ ਹੁੰਦਾ। ਇੱਕ ਹੈ ਸ਼ੁੱਧ ਗਿਆਨ, ਦੂਜਾ ਹੈ ਮਿਥਿਆ ਗਿਆਨ। ਮਿਥਿਆ ਗਿਆਨ ਸੰਸਾਰ ਦੇ ਵਿੱਚ ਸਾਨੂੰ ਮਿਲਦਾ ਹੈ, ਸ਼ੁੱਧ ਗਿਆਨ ਗੁਰਬਾਣੀ ਸਾਨੂੰ ਦਿੰਦੀ ਹੈ। ਮਿਥਿਆ ਕੀ ਹੈ ਕਿ ਅਨੇਕ ਵਸਤੂਆਂ ਨੇ ਤੇ ਅਨੇਕ ਵਸਤੂਆਂ ਦਾ ਅਨੇਕ ਨਾਮ ਹੈ, ਇਹ ਹੈ ਮਿਥਿਆ ਗਿਆਨ। ਭਾਵ ਸੱਚ ਦੇ ਵਿੱਚ ਝੂਠ ਨੂੰ ਦੇਖਣਾ ਤੇ ਝੂਠ ਨੂੰ ਸੱਚ ਮੰਨ ਲੈਣਾ। ਸਮਝ ਗਏ ਗੱਲ ਨੂੰ? ਜਿਵੇਂ ਵਸਤੂ ਹੈ ਉਹਨੂੰ ਉਸ ਤਰੀਕੇ ਨਾਲ ਨਹੀਂ ਜਾਣਨਾ, ਪਰ ਉਹਦੇ ਵਿੱਚ ਝੂਠ ਕਲਪਿਤ ਕਰ ਲੈਣਾ ਤੇ ਝੂਠ ਨੂੰ ਹੀ ਸੱਚ ਮੰਨ ਲੈਣਾ। ਜਿਵੇਂ ਮ੍ਰਿਗ ਤ੍ਰਿਸ਼ਨਾ ਹੈ, ਜਿਵੇਂ ਮਿਰਾਜ ਹੈ। ਸਾਨੂੰ ਦਿਸਦਾ ਹੈ ਕਿ ਸੜਕ ਦੇ ਉੱਤੇ ਪਾਣੀ ਹੈ ਗਰਮੀਆਂ ਦੇ ਦਿਨ ਦੇ ਵਿੱਚ, ਪਰ ਹੈ ਨਹੀਂ। ਇਵੇਂ ਸੰਸਾਰ ਸਾਨੂੰ ਜਿਸ ਤਰੀਕੇ ਨਾਲ ਦਿਸ ਰਿਹਾ ਹੈ, ਜੋ ਰੂਪ ਸਾਨੂੰ ਸੰਸਾਰ ਦਾ ਦਿਸਦਾ ਹੈ, ਇਹ ਸੰਸਾਰ ਉਸ ਤਰੀਕੇ ਨਾਲ ਹੈ ਨਹੀਂ। ਇਹ ਵੇ ਸੰਸਾਰ ਜੋ ਤੂੰ ਦੇਖਦਾ ਹੈ, ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ। ਮਹਾਰਾਜ ਤਾਂ ਇਹ ਕਹਿ ਰਹੇ ਨੇ, ਪਰ ਅਸੀਂ ਸੰਸਾਰ ਨੂੰ ਮਾਇਆ ਮੰਨੀ ਬੈਠੇ ਹਾਂ। ਮਾਇਆ ਕੀ ਹੈ? ਮਾਇਆ ਛਲ ਹੈ। ਤੇ ਛਲ ਤਦ ਤੱਕ ਹੀ ਰਹਿੰਦਾ ਹੈ ਜਦ ਤੱਕ ਅਗਿਆਨ ਹੈ। ਸੋ ਭਗਤ ਲਈ ਮਾਇਆ ਤਾਂ ਕਦੇ ਹੈ ਹੀ ਨਹੀਂ, ਕਿਉਂਕਿ ਉਹਨੂੰ ਸਾਰੀ ਜਗ੍ਹਾ ਪਰਮੇਸ਼ਰ ਦਿਸਦਾ। ਮਾਇਆ ਤੇ ਅਗਿਆਨੀਆਂ ਦੇ ਲਈ ਹੈ। ਹਾਂਜੀ। ਸੋ ਮਿਥਿਆ ਗਿਆਨ ਜੋ ਹੈ ਇਹਨੂੰ ਹੀ ਮਾਇਆ ਕਹਿੰਦੇ ਨੇ। ਮਨੁਆ ਡੋਲੇ ਦਹਿ ਦਿਸ ਧਾਵੈ ਬਿਨ ਰਤ ਆਤਮ ਗਿਆਨਾ। ਹੁਣ ਕੋਈ ਉਪਾਏ ਨਹੀਂ, ਜਿੰਨਾ ਮਰਜ਼ੀ ਪ੍ਰਾਣਾਯਾਮ ਕਰ ਲੋ, ਯੋਗ ਕਰ ਲੋ, ਖਾਣ ਪੀਣ ਦੇ ਉੱਤੇ ਸੰਤੁਲਨ ਕਰੋ, ਇਹ ਠੀਕ ਹੈ, ਆਪੋ ਆਪਣੇ ਤਰੀਕੇ ਨੇ। ਪਰ ਮਹਾਰਾਜ ਕੀ ਕਹਿ ਰਹੇ ਨੇ? ਬਿਨ ਰਤ ਆਤਮ ਗਿਆਨਾ। ਬਿਨਾ ਆਤਮ ਗਿਆਨ ਦੇ ਮਨ ਕਦੇ ਵੀ ਰੁਕਦਾ ਨਹੀਂ। ਚਾਹੇ ਸਾਹ ਰੋਕ ਕਰਕੇ ਆਪਣੀ ਉਮਰ ਵਧਾ ਲਓ ਯੋਗੀਆਂ ਦੀ ਤਰ੍ਹਾਂ। ਮਹਾਰਾਜ ਅਕਾਲ ਉਸਤਤ ਦੇ ਵਿੱਚ ਕਹਿੰਦੇ ਨੇ ਕਿ ਕਈ ਕਲਪ ਇੱਕ ਆਸਨ ਸਥਿਤ। ਕਈ ਇਦਾਂ ਦੇ ਯੋਗੀ ਨੇ ਕਿ ਕਈ ਕਲਪਾਂ ਦੇ ਵਿੱਚ ਬੈਠੇ ਸਮਾਧੀ ਲਾਈ ਬੈਠੇ ਆ, ਪਰ ਉਹਨਾਂ ਦਾ ਮਨ ਵੀ ਹਜੇ ਪਰਮਾਤਮਾ ਦੇ ਵਿੱਚ ਲੀਨ ਨਹੀਂ ਹੋਇਆ। ਕਿਉਂ? ਸਿਰਫ ਆਤਮ ਗਿਆਨ ਦੇ ਨਾਲ ਮਨ ਕਾਬੂ ਆਉਂਦਾ ਹੈ। ਝੂਠ ਸਮਗਰੀ ਪੇਖ ਸੱਚ ਕਰ ਜਾਣਿਆ। ਹੁਣ ਝੂਠ ਸਮਗਰੀ ਕੀ ਹੈ? ਜਿਹੜਾ ਤ੍ਰੇਕਾਲ ਦੇ ਵਿੱਚ ਸੱਚ ਨਾ ਹੋਵੇ, ਜਿਹਦੀ ਹੋਂਦ ਤ੍ਰੇਕਾਲ ਦੇ ਵਿੱਚ ਬਣਦੀ ਵਿਗੜਦੀ ਰਵੇ, ਉਹ ਝੂਠ ਸਮਗਰੀ ਹੈ। ਜਿਵੇਂ ਸਾਡਾ ਸਰੀਰ ਬਾਲਪਨ ਦੇ ਵਿੱਚ ਕੁਝ ਹੋਰ ਸੀ, ਹੁਣ ਕੁਝ ਹੋਰ ਹੈ। ਮਹਾਰਾਜ ਜੀ ਬੁਢੇਪਾ ਬਖਸ਼ਣ ਤਾਂ ਫਿਰ ਤਾਂ ਉਸ ਵੇਲੇ ਕੁਝ ਹੋਰ ਹੋਵੇਗਾ। ਇਵੇਂ ਤੁਸੀਂ ਆਪਣੇ ਨਗਰ ਨੂੰ ਦੇਖ ਲਓ। ਬਚਪਨ ਦੇ ਵਿੱਚ ਨਗਰ ਕੁਝ ਹੋਰ ਦਿਸਦਾ ਸੀ, ਹੁਣ ਕੁਝ ਹੋਰ ਹੈ। ਹਰ ਰੋਜ਼ ਹੀ ਇਹਦੇ ਵਿੱਚ ਬਦਲਾਵ ਹੈ। ਜਿਹਦੇ ਵਿੱਚ ਬਦਲਾਵ ਹੈ ਉਹ ਝੂਠ ਸਮਗਰੀ ਹੈ। ਸੱਚ ਉਹ ਹੈ ਜੋ ਤੇਰੇ ਕਾਲ ਦੇ ਵਿੱਚ ਵੀ ਸੱਚ ਹੈ, ਤੇ ਜਦ ਕਾਲ ਨਾਸ਼ ਹੋ ਜਾਵੇ ਕਾਲ ਦੇ ਪਰੇ ਵੀ ਸੱਚ ਹੈ। ਜਿਹੜਾ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਕਾਲ ਦੇ ਵਿੱਚ ਵੀ ਸੱਚ ਹੈ ਤੇ ਕਾਲ ਦੇ ਬਾਹਰ ਵੀ ਸੱਚ ਹੈ। ਉਹ ਸੱਚ ਸਮਗਰੀ ਹੈ। ਨਿਜ ਕਰ ਵਾਸਾ ਤਹਿ ਮਗ ਨਾ ਚਾਲਣ ਹਾਰ। ਜਿਹਦਾ ਨਿਜ ਘਰ ਦੇ ਵਿੱਚ ਵਾਸਾ ਹੋ ਗਿਆ, ਜਿਹਨੂੰ ਆਤਮ ਗਿਆਨ ਹੋ ਗਿਆ, ਉਹਦਾ ਮਨ ਕਦੇ ਵੀ ਚਲੰਤ ਨਹੀਂ ਹੁੰਦਾ, ਚੱਲਦਾ ਨਹੀਂ, ਦੌੜਦਾ ਨਹੀਂ। ਹਾਂਜੀ। हे उपाद्य विरहात एवं हर्ष विषाद्य हो अभावात अद्य हे ब्रह्मण एवं एव अहं आस्थितः। ਸੋ ਦੇਖੋ ਨਾ, ਜਿੰਨੇ ਵੀ ਸੰਪਰਦਾ ਬਣਦੇ ਨੇ ਉਹਦਾ ਸੰਪਰਦਾਵਾਂ ਦਾ ਵੀ ਖੰਡਨ ਹੈ।
ਕਿਸ ਤਰੀਕੇ ਨਾਲ ਕੋਈ ਕਿਸੇ ਤਰੀਕੇ ਦਾ ਆਪਣਾ ਮਨ ਸਮਝਦਾ ਹੈ ਤੇ ਆਪਣੇ ਆਪ ਨੂੰ ਕਿਸੇ ਸਮਰੱਥ ਸੰਪਰਦਾ ਦੇ ਵਿੱਚ ਜੋੜ ਦਿੰਦਾ ਹੈ। ਇਹ ਜਗਤ ਦਾ ਵਿਵਹਾਰ ਲਈ ਠੀਕ ਹੈ, ਜਗਤ ਦੇ ਵਿਵਹਾਰ ਲਈ ਲੋੜ ਵੀ ਹੈ, ਪਰ ਆਤਮ ਗਿਆਨ ਦੇ ਲਈ ਲੋੜ ਨਹੀਂ ਸੰਪਰਦਾ ਦੀ। ਜਗਤ ਦੇ ਵਿਵਹਾਰ ਲਈ ਹੈ। ਜਗਤ ਦੇ ਵਿਵਹਾਰ ਲਈ ਕੋਈ ਬ੍ਰਾਹਮਣ ਸ਼ੂਦਰ ਵੈਸ਼ ਛਤਰੀ ਹੋ ਸਕਦਾ ਹੈ, ਪਰ ਆਤਮ ਗਿਆਨ ਦੇ ਲਈ ਇਹ ਸਾਰੀਆਂ ਚੀਜ਼ਾਂ ਛੱਡਣੀਆਂ ਪੈਂਦੀਆਂ ਨੇ। ਹਾਂਜੀ, ਜਗਤ ਦੇ ਵਿੱਚ ਰਹਿੰਦੇ ਹੋਏ ਆਪਣੇ ਆਪ ਨੂੰ ਦੁਸ਼ਮਣਾਂ ਤੋਂ ਬਚਾਉਣ ਲਈ ਖੱਤਰੀ ਹੋਣਾ ਬਹੁਤ ਜ਼ਰੂਰੀ ਹੈ, ਛਤਰੀ ਹੋਣਾ ਜ਼ਰੂਰੀ ਹੈ। ਬ੍ਰਾਹਮਣ ਹੋਣਾ ਵੀ ਜ਼ਰੂਰੀ ਹੈ, ਕਿਉਂਕਿ ਪੂਜਾ ਪਾਠ ਆਦਿ ਨੇਮ ਜਿਹੜੇ ਨੇ ਉਹ ਕਿਸੇ ਨੂੰ ਸਿਖਾਉਣਾ ਵੀ ਹੈ। ਗ੍ਰੰਥਾਂ ਵਿੱਚ ਕੀ ਲਿਖਿਆ ਹੋਇਆ ਉਹ ਵੀ ਕਿਸੇ ਨੂੰ ਸਿਖਾਉਣਾ ਹੈ। ਸੇਵਾ ਕਰਦੇ ਹੋਏ ਸ਼ੂਦਰ ਵੀ ਹੋਵਾਂਗੇ, ਤੇ ਜਦ ਵਪਾਰ ਕਰਦੇ ਹਾਂ ਬਿਜ਼ਨਸ ਤਾਂ ਵੈਸ਼ ਵੀ ਹੋਵਾਂਗੇ। ਇਹ ਜਗਤ ਦੇ ਜਗਤ ਦੇ ਕੰਮਾਂ ਲਈ ਤਾਂ ਇਹ ਵਰਣ ਠੀਕ ਨੇ, ਪਰ ਜੇ ਕਿਸੇ ਨੂੰ ਆਤਮ ਗਿਆਨ ਦੀ ਲੋੜ ਹੈ, ਫਿਰ ਇਹਨੂੰ ਚਾਰਾਂ ਚੋਂ ਉੱਠ ਕਰਕੇ ਆਪਣੇ ਆਪ ਨੂੰ ਦੇਖਣ ਦੀ ਲੋੜ ਹੈ। ਇਹਨਾਂ ਚਾਰਾਂ ਨੂੰ ਵਿਸਾਰਨਾ ਪਵੇਗਾ। ਨਹੀਂ ਨਹੀਂ ਕਰੋਗੇ ਤਾਂ ਫਿਰ ਕਿਸੇ ਇੱਕ ਚੀਜ਼ ਦੇ ਵਿੱਚ ਫਸੋਗੇ। ਕੋਈ ਕਹੇ ਕਿ ਜੇ ਮੈਂ ਸ਼ਸਤਰ ਹੀ ਚਲਾਣੇ ਆ ਤੇ ਬੱਕਰੇ ਝਟਕਾਣੇ ਮੈਨੂੰ ਵਧੀਆ ਲੱਗਦੇ ਆ ਤੇ ਇਸ ਕਰਕੇ ਮੈਂ ਨਿਹੰਗਾ ਜੀ। ਜੇ ਇਸੇ ਕਾਰਨ ਕਰਕੇ ਨਿਹੰਗ ਆਪਣੇ ਆਪ ਨੂੰ ਮੰਨਦਾ ਹੈ, ਫਿਰ ਗਲਤ ਹੈ, ਫਿਰ ਆਤਮ ਗਿਆਨ ਨਹੀਂ ਹੋਣਾ। ਜੇ ਕਿਸੇ ਨੂੰ ਲੱਗਦਾ ਹੈ ਕਿ ਮੈਂ ਘਰ-ਬਾਰ ਤਿਆਗ ਕਰਕੇ ਉਦਾਸੀ ਹੋ ਜਾ ਤੇ ਇਹਦੇ ਵਿੱਚ ਮੈਨੂੰ ਆਤਮ ਗਿਆਨ ਮਿਲ ਜੂਗਾ, ਗਲਤ ਹੈ। ਗ੍ਰੰਥ ਪੜ੍ਹਾਣੇ ਪੜ੍ਹਨੇ ਲਿਖਣੇ ਇਹਦੇ ਵਿੱਚ ਆਪਣੇ ਆਪ ਨੂੰ ਸਮਝੇ ਕਿ ਮੈਂ ਆਤਮ ਗਿਆਨੀ ਹੋ ਜਾ ਤੇ ਮੈਂ ਨਿਰਮਲਾ ਬਣ ਜਾਵਾਂ, ਇਹ ਵੀ ਗਲਤ ਹੈ। ਕਿਸੇ ਧਰਮ ਨੂੰ ਅਪਣਾ ਕਰਕੇ ਅੱਜ ਕੋਈ ਹਿੰਦੂ ਹੈ ਤੇ ਕੱਲ ਸਿੱਖ ਬਣ ਗਿਆ, ਸਿੱਖ ਤਿਆਗ ਕਰਕੇ ਕਿਸੇ ਹੋਰ ਧਰਮ ਦੇ ਵਿੱਚ ਚੱਲ ਗਿਆ, ਇਹ ਸੋਚ ਕਰਕੇ ਕਿ ਉੱਥੇ ਜਾ ਕਰਕੇ ਮੈਨੂੰ ਆਤਮ ਗਿਆਨ ਹੋ ਜਾਏਗਾ, ਇਹ ਵੀ ਗਲਤ ਹੈ। ਘਰ ਨੂੰ ਛੱਡ ਕਰਕੇ ਪਹਾੜਾਂ ਦੇ ਵਿੱਚ ਜਾ ਕਰਕੇ ਵਾਸ ਕਰਨਾ ਜਾਂ ਪਹਾੜਾਂ ਤੋਂ ਛੱਡ ਕਰਕੇ ਗ੍ਰਸਤੀ ਹੋ ਜਾਣਾ, ਇਹ ਸੋਚਣਾ ਕਿ ਆਤਮ ਗਿਆਨ ਹੋ ਜਾਵੇ, ਨਹੀਂ ਹੋਣਾ। ਸੋ ਤਿਆਗਣ ਯੋਗ ਜੋ ਵੀ ਵਿਚਾਰ ਮਨ ਦੇ ਵਿੱਚ ਚੱਲਦੇ ਨੇ ਨਾ ਕਿ ਇਹ ਫਲਾਣੇ ਵਸਤੂ ਦਾ ਮੈਂ ਤਿਆਗ ਕਰ ਲਾਂ, ਬਾਹਰ ਦੀ ਵਸਤੂ ਜਾਂ ਮਾਨ ਅਪਮਾਨ ਨੂੰ ਵੀ, ਕਿ ਮੈਂ ਮਾਨ ਅਪਮਾਨ ਨੂੰ ਵੀ ਤਿਆਗਦਾ ਹਾਂ, ਇਦਾਂ ਸੋਚਣ ਦੇ ਨਾਲ ਵੀ ਬੰਦਾ ਆਤਮ ਗਿਆਨ ਤੋਂ ਟੁੱਟਦਾ ਹੈ। ਠੀਕ ਹੈ, ਪਹਿਲਾਂ ਪਹਿਲਾਂ ਕਰਨਾ ਪੈਂਦਾ, ਇਹਦਾ ਅਭਿਆਸ ਕਰਨਾ ਪੈਂਦਾ, ਪਰ ਇੱਥੇ ਸ਼ੁੱਧ ਆਤਮ ਗਿਆਨ ਦੀ ਗੱਲ ਕਰ ਰਹੇ ਹਾਂ। ਤਿਆਗਣ ਯੋਗ ਅਤੇ ਪ੍ਰਾਪਤ ਕਰਨ ਯੋਗ ਭਾਵ ਭਾਵਾਂ ਰਹਿਤ ਜਦ ਮਨ ਹੋ ਜਾਂਦਾ, ਕਿਉਂਕਿ ਮਨ ਕੀ ਹੈ, ਫੁਰਨੇ। ਫੁਰਨੇ ਦੋ ਹੀ ਤਰੀਕੇ ਦੇ ਨੇ ਕਿ ਆਹ ਫਲਾਣੀ ਵਸਤੂ ਮੈਂ ਪ੍ਰਾਪਤ ਕਰ ਲਾਂ, ਫਲਾਣੀ ਵਸਤੂ ਦਾ ਤਿਆਗ ਕਰ ਲਾਂ। ਹਾਂਜੀ, ਇਹੀ ਦੋ ਚੀਜ਼ਾਂ ਨੇ। ਇਵੇਂ ਹੀ ਸਾਨੂੰ ਅੱਜ ਸਮਝਾਇਆ ਜਾ ਰਿਹਾ ਕਿ ਬਈ ਮੈਨੂੰ ਮਾਫ ਕਰਿਓ ਮੈਂ ਇਹ ਗੱਲ ਕਹਿ ਰਿਹਾ, ਪਰ ਜਿਹੜੀ ਗੱਲ ਸੱਚੀ ਹੈ ਮੈਨੂੰ ਕਹਿਣਾ ਵੀ ਪਊਗਾ। ਪੰਜ ਕਕਾਰ ਦੇ ਧਾਰਨੀ ਹੋ ਜਾਓ, ਚਲੋ ਜੀ ਹੋ ਗਏ ਪਰ ਕੋਈ ਪੜ੍ਹਨ ਲਿਖਣ ਦੀ ਲੋੜ ਨਹੀਂ, ਕੋਈ ਅਭਿਆਸ ਦੀ ਲੋੜ ਨਹੀਂ, ਬਸ ਠੀਕ ਹੈ ਜੀ ਬਾਣਾ ਪਾਲੇ ਹੋ ਗਿਆ ਕੰਮ। ਏਦਾਂ ਨਹੀਂ ਹੋਣਾ। ਅੱਛਾ ਜੀ ਹਿੰਦੂਆਂ ਲਈ ਰਾਮ ਮੰਦਿਰ ਬਣਾ ਲਓ ਜੀ, ਹੋ ਗਿਆ ਕੰਮ। ਸੋਹਣੇ ਸੋਹਣੇ ਮਸਜਿਦ ਬਣਾ ਲਓ, ਹੋ ਗਿਆ ਕੰਮ। ਹਾਂਜੀ ਸੁन्नत ਕਰਾ ਲਓ ਜਾਂ ਜਨੇਊ ਪਾ ਲਓ, ਇਹਦੇ ਨਾਲ ਹੋ ਗਿਆ ਕੰਮ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹਨਾਂ ਚੀਜ਼ਾਂ ਦਾ ਖੰਡਨ ਕੀਤਾ। ਮੰਡਨ ਕਿਸ ਤਰੀਕੇ ਨਾਲ ਕੀਤਾ ਕਿ ਦਇਆ ਹੀ ਸੰਤੋਖ ਗੁਣਾਂ ਦਾ ਮੰਡਨ ਕੀਤਾ, ਕਿ ਇਹ ਫਲਾਣੇ ਫਲਾਣੇ ਗੁਣ ਕਿਸੇ ਦੇ ਮਨ ਦੇ ਵਿੱਚ ਹੋਣ ਤਾਂ ਫਿਰ ਉਹ ਆਤਮ ਗਿਆਨ ਨੂੰ ਪ੍ਰਾਪਤ ਕਰਦਾ। ਕੱਲੇ ਬਾਹਰ ਦੇ ਭੇਖ ਦੇ ਨਾਲ ਆਤਮ ਗਿਆਨ ਨੂੰ ਨਹੀਂ ਪਾਇਆ ਜਾ ਸਕਦਾ, ਕਿਉਂਕਿ ਬਾਹਰਲਾ ਭੇਖ ਵੀ ਆਪਾਂ ਛੱਡਾਂਗੇ। ਜਦ ਇਹ ਸਰੀਰ ਹੀ ਨਹੀਂ ਰਹਿਣਾ ਤੇ ਸਰੀਰ ਦੇ ਉੱਤੇ ਜਿੰਨੇ ਵੀ ਭੇਖ ਤੁਸੀਂ ਧਾਰਨ ਕੀਤੇ ਨੇ ਇਹ ਕੀ ਤੁਹਾਡੇ ਨਾਲ ਜਾਣਗੇ? ਜਦ ਸਰੀਰ ਹੀ ਨਹੀਂ ਜਾਣਾ ਅੱਗੇ, ਤੇ ਜਿਹੜੀਆਂ ਉਪਾਧੀਆਂ ਲੈ ਕਰਕੇ ਅਸੀਂ ਖੁਸ਼ ਹੁੰਦੇ ਹਾਂ, ਮਹੰਤ ਹੋ ਗਏ, ਜਥੇਦਾਰ ਹੋ ਗਏ, ਸੇਵਾਦਾਰ ਹੋ ਗਏ, ਮੁੱਖ ਸੇਵਾਦਾਰ ਹੋ ਗਏ, ਪੁਜਾਰੀ ਹੋ ਗਏ, ਇਹ ਕਿੱਦਾਂ ਚੱਲ ਜਾਣਗੇ? ਇਹਨਾਂ ਦਾ ਬਾਹਰਲਾ ਤਾਂ ਕੋਈ ਹੁੰਦੀ ਹੈ ਨਹੀਂ, ਇਹ ਤਾਂ ਇੱਕ ਨਾਮ ਹੈ ਕਿਸੇ ਨੇ ਦੇ ਦਿੱਤਾ।
ਅੱਜ ਮੈਨੂੰ ਤੁਸੀਂ ਮਨਪ੍ਰੀਤ ਕਹਿੰਦੇ ਹੋ, ਘਰ ਵਾਲੀ ਕਿਸੇ ਹੋਰ ਨਾਮ ਤੋਂ ਬੁਲਾਉਂਦੀ ਹੈ, ਮੰਮੀ ਡੈਡੀ ਕਿਸੇ ਹੋਰ ਨਾਮ ਤੋਂ ਬੁਲਾਉਂਦੇ ਆ, ਦੋਸਤ ਮਿੱਤਰ ਕਿਸੇ ਹੋਰ ਨਾਮ ਤੋਂ ਬੁਲਾਉਂਦੇ ਆ, ਦੁਸ਼ਮਣ ਗਾਲਾਂ ਕੱਢਦੇ ਆ। ਪਰ ਇਹ ਤਾਂ ਨਾਮ ਹੀ ਹੈ ਨਾ, ਬਾਹਰਲਾ ਤਾਂ ਕੋਈ ਹੁੰਦੀ ਹੈ ਨਹੀਂ ਇਹਦਾ। ਇੱਕ ਬਸ ਇੱਕ ਫੂਕ ਹੈ ਕਿਸੇ ਨੇ ਹਵਾ ਦੇ ਵਿੱਚ ਛੱਡੀ ਹੋਈ, ਬਸ ਇਹ ਚੱਲ ਰਿਹਾ। ਇਵੇਂ ਹੀ ਸਰੀਰ ਹੈ, ਸਰੀਰ ਦੇ ਉੱਤੇ ਵੀ ਇਹ ਹਮੇਸ਼ਾ ਵਸਤੂ ਰਹਿਣੀ ਨਹੀਂ। ਜਦ ਸਰੀਰ ਹੀ ਨਹੀਂ ਰਹਿਣਾ, ਇਹਦੇ ਉੱਤੇ ਜਿੰਨਾ ਮਰਜ਼ੀ ਭੇਖ ਪਾਈ ਜਾਓ, ਕੁਛ ਨਹੀਂ ਹੋਣਾ। ਹੋਣਾ ਕਿਹਦੇ ਨਾਲ ਹੈ? ਹੋਣਾ ਗੁਣਾਂ ਦੇ ਨਾਲ ਹੈ। ਜਿੰਨੇ ਗੁਣ ਅਸੀਂ ਆਪਣੇ ਮਨ ਦੇ ਉੱਤੇ ਲਾਵਾਂਗੇ, ਮਨ ਉਹੀ ਸਰੂਪ ਨੂੰ ਪ੍ਰਾਪਤ ਕਰਦਾ ਹੈ। ਤੇ ਉਹੋ ਜਿਹੇ ਗੁਣ, ਸਾਨੂੰ ਕਿਹੜੇ ਗੁਣਾਂ ਦੀ ਲੋੜ ਹੈ? ਗੁਰਬਾਣੀ ਰੂਪੀ ਗੁਣ। ਹੋਰ ਗੁਣਾਂ ਦੇ ਨਾਲ ਵੀ ਕੋਈ ਲੈਣਾ ਦੇਣਾ ਨਹੀਂ। ਠੀਕ ਹੈ, ਸਾਨੂੰ ਤਾਂ ਗੁਰਬਾਣੀ ਦੇ ਨਾਲ ਜੋ ਮਹਾਰਾਜ ਕਹਿੰਦੇ ਨੇ ਮੈਂ ਉਹੀ ਕਰਨਾ, ਕਿਉਂਕਿ ਇਹਦੇ ਨਾਲ ਹੀ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਣੀ ਹੈ। ਮੈਂ ਇੱਕ ਵਾਰੀ ਨਾ ਕਿਸੇ ਨਾਲ ਮੈਂ ਵਿਚਾਰ ਹੋ ਰਹੀ ਸੀ, ਤੇ ਉਹਨਾਂ ਨੇ ਪੁੱਛਿਆ ਜੀ ਸਾਡਾ ਲਕਸ਼ ਕੀ ਹੈ ਜੀਵਨ ਦੇ ਵਿੱਚ। ਉਹ ਕਹਿੰਦੇ, ਕਾਫੀ ਬੰਦੇ ਬੈਠੇ ਸੀ, ਕਹਿੰਦੇ ਜੀ ਸਾਨੂੰ ਸਿੱਖ ਹੋਣ ਦੇ ਨਾਤੇ ਇੰਨੇ ਆਸਟ੍ਰੇਲੀਆ ਦੇ ਵਿੱਚ ਇੰਨੇ ਗੁਰਦੁਆਰਿਆਂ ਦੀ ਲੋੜ ਹੈ, ਆਹ ਲਕਸ਼ ਹੈ ਆਪਣਾ। ਤੇ ਅੱਛਾ, ਦੂਜਾ ਕਹਿੰਦਾ ਜੀ ਵਾਹ ਵਾਹ, ਸਾਨੂੰ ਤਾਂ ਹਾਂ ਇਸ ਚੀਜ਼ ਦੀ ਲੋੜ ਹੈ। ਤੇ ਉਹ ਕਹਿੰਦੇ ਠੀਕ ਹੈ, ਗੁਰਦੁਆਰੇ ਬਣਾ ਕਰਕੇ ਫਿਰ ਅਸੀਂ ਇਦਾਂ ਕਰਾਂਗੇ, ਸਰਕਾਰ ਤੋਂ ਗ੍ਰਾਂਟ ਲੈ ਲਾਂਗੇ, ਗ੍ਰਾਂਟ ਕਰਕੇ ਕਾਫੀ ਵਧੀਆ ਵਧੀਆ ਇਮਾਰਤਾਂ ਬਣ ਜਾਣਗੀਆਂ ਗੁਰਦੁਆਰੇ ਦੀਆਂ, ਲੰਗਰ ਚਲਾਵਾਂਗੇ, ਤੇ ਇਹਦੇ ਨਾਲ ਕਮਿਊਨਿਟੀ ਠੀਕ ਹੋ ਜਾਊਗੀ। ਮੈਂ ਉੱਥੇ ਬੈਠਾ ਸੀ, ਮੈਂ ਮੂਰਖ ਸੀਗਾ, ਮੈਂ ਬੋਲ ਪਿਆ। ਮੈਂ ਕਿਹਾ ਗੁਰਬਾਣੀ ਅਨੁਸਾਰ ਤਾਂ ਇਹ ਸਾਡਾ ਲਕਸ਼ ਹੈ ਨਹੀਂ। ਗੁਰਬਾਣੀ ਅਨੁਸਾਰ ਤਾਂ ਸਾਨੂੰ ਆਤਮ ਗਿਆਨ ਦੀ ਪ੍ਰਾਪਤੀ ਹੈ। ਆਤਮ ਗਿਆਨ ਦੇ ਨਾਲ ਕੀ ਭਾਵ? ਗੋਬਿੰਦ ਮਿਲਣ ਕੀ ਇਹ ਤੇਰੀ ਵਰੀਅਤ, ਇਹ ਸਾਡਾ ਲਕਸ਼ ਹੈ। ਕੱਲੀ ਇਮਾਰਤਾਂ ਬਣਾ ਕਰਕੇ ਤਾਂ ਨਹੀਂ ਸਾਨੂੰ ਇਹ ਮਿਲ ਜਾਣਾ। ਉਹ ਮੇਰੇ ਦੁਆਲੇ ਹੋ ਗਏ ਸਾਰੇ, ਕਹਿੰਦੇ ਸਾਨੂੰ ਤਾਂ ਗੁਰਦੁਆਰਿਆਂ ਦੀ ਲੋੜ ਹੈ ਜੀ, ਇਹ ਫਲਾਣਾ। ਮੈਂ ਕਿਹਾ ਜੀ ਠੀਕ ਹੈ, ਮੈਂ ਉੱਠ ਕੇ ਚੱਲ ਗਿਆ। ਮੈਂ ਕਿਹਾ ਜੀ ਮੈਨੂੰ ਦਿਓ ਆ ਗਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੱਲ ਇਹ ਹੈ ਕਿ ਹੁਣ ਤੁਸੀਂ ਦੇਖ ਲਓ ਗੁਰਬਾਣੀ ਸਾਨੂੰ ਕੀ ਕਹਿ ਰਹੀ ਹੈ ਤੇ ਲੋਕ ਸਾਨੂੰ ਕੀ ਕਹਿ ਰਿਹਾ, ਸੰਸਾਰ ਸਾਨੂੰ ਕੀ ਕਹਿ ਰਿਹਾ। ਅਸੀਂ ਸੰਸਾਰ ਦੀ ਮੰਨਣਾ ਹੈ, ਮੰਨਣ ਆਇਆ ਇਸ ਧਰਤੀ ਦੇ ਉੱਤੇ, ਕਿ ਗੁਰਬਾਣੀ ਦੀ ਮੰਨਣਾ ਹੈ? ਜੇ ਸੰਸਾਰ ਦੀ ਮੰਨਾਂਗੇ, ਸੰਸਾਰ 'ਚ ਰਹਾਂਗੇ, ਬਾਰ-ਬਾਰ ਜਨਮ ਲਾਵਾਂਗੇ, ਬਾਰ-ਬਾਰ ਮਰਾਂਗੇ। ਗੁਰਬਾਣੀ ਦੀ ਮੰਨਾਂਗੇ, ਜਿਸ ਦੇਸ਼ ਤੋਂ ਇਹ ਬਾਣੀ ਆਈ ਹੈ ਉਸੇ ਦੇਸ਼ ਦੇ ਵਿੱਚ ਸਾਡਾ ਵਾਸ ਹੋਵੇਗਾ। ਸੋ ਮਹਾਰਾਜ ਕਹਿ ਰਹੇ ਨੇ, ਨਾ ਇਸ ਹਰਕ ਨਹੀਂ ਇਸ ਸੋਈ। ਸੋ ਜਗਤ ਦੇ ਵਿੱਚ ਰਹਿੰਦੇ ਹੋਏ ਉਪਮਾ ਨਿੰਦਿਆ ਹੋਵੇਗੀ, ਦੁੱਖ ਸੁੱਖ ਆਉਣਗੇ, ਪਰ ਜਿਹੜਾ ਆਤਮ ਸਰੂਪ ਹੈ, ਦੇਖੋ ਉਸ ਨੂੰ ਨਾ ਕਦੇ ਹਰਕ ਹੈ, ਨਾ ਕਦੇ ਸੋਗ ਹੈ। ਭਾਵ ਜੇ ਆਤਮ ਸਰੂਪ ਦੇ ਵਿੱਚ ਲੀਨ ਹੋਣਾ ਹੈ ਤੇ ਮਨ ਨੂੰ ਨਾ ਦੁਖੀ ਹੋਣਾ ਪਵੇਗਾ, ਨਾ ਸੁਖੀ ਹੋਣਾ ਪਵੇਗਾ। ਝਾਤੀ ਮਾਰੀਏ ਆਪਣੇ ਮਨ ਦੇ ਵਿੱਚ, ਦੇਖੀਏ ਅਸੀਂ ਕਦੇ ਖੁਸ਼ ਹੁੰਦੇ ਆ ਜਾਂ ਦੁਖੀ ਹੁੰਦੇ ਆ, ਡੋਲਦੇ ਆ ਇਸ ਅਵਸਥਾ ਦੇ ਵਿੱਚ। ਜੇ ਡੋਲਦੇ ਆ ਤਾਂ ਫਿਰ ਅਸੀਂ ਹਜੇ ਆਤਮ ਗਿਆਨ ਦੇ ਕਿਤੇ ਨੇੜੇ ਵੀ ਨਹੀਂ। ਹਾਂ, ਜੇ ਆਪਾਂ ਅਭਿਆਸ ਕਰਦੇ ਆ ਕਿ ਦੁੱਖ ਆਇਆ ਤੇ ਮੈਂ ਕੋਸ਼ਿਸ਼ ਕਰ ਰਿਹਾ ਕਿ ਮਨ ਮੇਰਾ ਦੁਖੀ ਨਾ ਹੋਵੇ, ਗੁਰਬਾਣੀ ਨੂੰ ਚੇਤੇ ਰੱਖ ਕਰਕੇ, ਮਹਾਰਾਜ ਨੇ ਜੋ ਹੁਕਮ ਲਾਇਆ, ਫਿਰ ਆਪਾਂ ਇਸ ਮਨ ਨੂੰ ਨਿਯੰਤਰਣ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। ਠੀਕ ਹੈ, ਇੱਕ ਅਥਰੂ ਆਇਆ, ਪਰ ਫਿਰ ਵੀ ਆਪਣੇ ਆਪ ਨੂੰ ਸਾਂਭ ਲਿਆ, ਆਪਣੇ ਸਰੂਪ ਨੂੰ ਯਾਦ ਰੱਖਿਆ, ਮਹਾਰਾਜ ਦੇ ਚਰਨਾਂ ਦਾ ਧਿਆਨ ਧਰਿਆ, ਉਹਦਾ ਓਟ ਆਸਰਾ ਲੈ ਲਿਆ, ਤੇ ਅਥਰੂ ਅੱਗੇ ਨਹੀਂ ਆਏ, ਮਨ ਨੂੰ ਕਾਬੂ ਦੇ ਵਿੱਚ ਕੀਤਾ। ਏਦਾਂ ਹਰ ਵੇਲੇ ਅਭਿਆਸ ਕਰਨਾ। ਖੁਸ਼ੀ ਹੋ ਰਹੀ ਹੈ, ਪਰ ਉਹਦੇ ਵਿੱਚ ਨੱਚਣਾ ਟੱਪਣਾ, ਠੀਕ ਹੈ, ਨੱਚਣਾ ਟੱਪਣਾ ਵੀ ਹੁੰਦਾ ਹੈ, ਪਰ ਮਨ ਤੁਹਾਡਾ ਨੱਚਣਾ ਟੱਪ ਰਿਹਾ ਹੈ ਕਿ ਨਹੀਂ? ਸਰੀਰ ਕਰਕੇ ਤਾਂ ਬਹੁਤ ਕੁਝ ਕਰਨਾ ਪੈਂਦਾ, ਪਰ ਤੁਹਾਡਾ ਮਨ ਚਲਾਇਮਾਨ ਹੈ ਕਿ ਨਹੀਂ? ਉਹਨੂੰ ਦੇਖੋ, ਉਹਨੂੰ ਫੜ ਲਓ। ਸੋ ਸਾਰੀ ਖੇਲ ਮਨ ਦੀ ਹੈ। ਜਿੱਥੇ ਮਨ ਹੈ ਉੱਥੇ ਹੀ ਬਾਣੀ ਹੈ, ਉੱਥੇ ਹੀ ਇੰਦਰੀਆਂ ਨੇ, ਉੱਥੇ ਹੀ ਤਨ। ਹਾਂਜੀ। आश्रम अनाश्रम ध्यान चित्त स्वीकृत वर्जनम विकल्पं मम विक्षय एतः। ਹਾਂ, ਹੁਣ ਦੇਖੋ ਉਹੀ ਗੱਲ ਇੱਥੇ ਆ ਗਈ। ਕਹਿੰਦੇ ਨੇ ਕਿ ਆਸ਼ਰਮ, ਵਰਨ, ਧਿਆਨ, ਚਿੱਤ ਦੁਆਰਾ, ਸਵੀਕ੍ਰਿਤੀ ਤੇ ਅਸਵੀਕ੍ਰਿਤੀ,
ਸਭ ਦੇ ਧਰਮ ਹਨ। ਪੰਜ ਕਕਾਰ ਧਾਰਨ ਕਰਕੇ ਅਸੀਂ ਖਾਲਸੇ ਕਹਾਉਂਦੇ ਆ, ਕਲੋਜ਼ ਬ੍ਰੈਕਟਸ ਕਹਾਉਂਦੇ ਆ, ਬਣ ਨਹੀਂ ਜਾਂਦੇ। ਜਨੇਊ ਉਪਾ ਕਰਕੇ ਆਪਣੇ ਆਪ ਨੂੰ ਹਿੰਦੂ ਤੇ ਬ੍ਰਾਹਮਣ ਕਹਾਇਆ ਜਾ ਸਕਦਾ ਹੈ ਨਹੀਂ। ਸੁन्नत करा करके कलमा पढ़ करके नमाज पढ़ करके अपने आप ਨੂੰ ਮੁਸਲਮਾਨ ਕਹਿ ਸਕਦੇ ਆ, ਪਰ ਹੋਏ ਨਹੀਂ। ਹੁੰਦਾ ਕਿਦਾਂ ਹੈ? ਆਸ਼ਰਮ ਵਰਣ ਧਿਆਨ ਚਿਤ ਦੁਆਰਾ ਸਵੀਕ੍ਰਿਤੀ ਅਸਵੀਕ੍ਰਿਤੀ, ਭਾਵ ਮੈਂ ਇਹਨਾਂ ਚੀਜ਼ਾਂ ਨੂੰ ਸਵੀਕਾਰ ਕਰਦਾ ਹਾਂ ਜਾਂ ਇਹਨਾਂ ਚੀਜ਼ਾਂ ਨੂੰ ਤਿਆਗਦਾ ਹਾਂ। ਇਹ ਕਿਹਦਾ ਧਰਮ ਹੈ? ਇਹ ਚਿੰਨ੍ਹ ਕਿੱਥੇ ਦਿਸਦੇ ਹਨ? ਸਰੀਰ ਦੇ ਉੱਤੇ। ਇਹ ਸਰੀਰ ਦੇ ਧਰਮ ਨੇ, ਨਾ ਇਹ ਬਾਣੀ ਦਾ ਧਰਮ ਹੋਇਆ, ਨਾ ਇਹ ਮਨ ਦਾ ਧਰਮ ਹੋਇਆ, ਇਹ ਸਰੀਰ ਦੇ ਧਰਮ ਨੇ। ਤੇ ਆਤਮ ਗਿਆਨ ਕੀ ਕਹਿ ਰਿਹਾ ਕਿ ਅਸੀਂ ਸਰੀਰ ਹੈ ਹੀ ਨਹੀਂ। ਜੇ ਸਰੀਰ ਨੂੰ ਮੰਨੀ ਬੈਠੇ ਆ ਤੇ ਫਿਰ ਤਾਂ ਆਪਾਂ ਫਸ ਗਏ। ਜੇ ਬਾਣੀ ਨੂੰ ਮੰਨੀ ਬੈਠੇ ਆ, ਭਾਵ ਮੈਂ ਜੇ ਪੰਜ ਬਾਣੀਆਂ ਦਾ ਨਿਤਨੇਮ ਕੀਤਾ ਤੇ ਫਿਰ ਮੈਂ ਸਿਰਫ ਇਹੀ ਪੜ ਸਕਦਾ, ਕਿਤੇ ਹੋਰ ਲਿਖ ਲਿਆ, ਕਿਸੇ ਅੱਲਾ ਲਿਖਿਆ ਮਿਲ ਗਿਆ ਜੀ, ਉਹ ਨਹੀਂ ਪੜਨਾ ਜੀ। ਇਹ ਹੋ ਗਿਆ ਬਾਣੀ ਦਾ ਵਿਸ਼ਾ ਕਿ ਮੈਂ ਇਹੀ ਫਲਾਣੇ ਬਾਣੀ ਪੜ੍ਹਨੀ ਹੈ। ਜੇ ਕਿਤੇ ਮੈਂ ਗਲਤੀ ਨਾਲ ਗੀਤਾ ਪੜ੍ਹ ਵੀ ਲਿਆ ਤਾਂ ਮੈਂ ਤਾਂ ਬਈ ਮੇਰਾ ਧਰਮ ਭ੍ਰਸ਼ਟ ਹੋ ਗਿਆ। ਇਹ ਅੱਜ ਸਾਡੀ ਸੋਚ ਹੋ ਚੁੱਕੀ ਹੈ। 99% ਆਪਣੇ ਜੋ ਵੀ ਸਾਡੀ ਸੁਸਾਇਟੀ ਹੈ ਸਿੱਖਾਂ ਦੀ, ਅੱਜ ਅਸੀਂ ਇਹੀ ਸੋਚਦੇ ਹਾਂ। ਮੈਨੂੰ ਕਿਸੇ ਨੇ ਇਦਾਂ ਕਮੈਂਟ ਕੀਤਾ, ਕਹਿੰਦੇ ਕਿ ਮੈਂ ਕੁਰਾਨ ਦੀ ਉਹ ਕਰ ਰਿਹਾ ਸੀਗਾ, ਆਇਤਾਂ ਦੀ ਟ੍ਰਾਂਸਲੇਸ਼ਨ ਪੰਜਾਬੀ ਚ, ਤੇ ਉਹ ਕਹਿੰਦੇ ਕਿ ਸਿੱਖ ਹੋ ਕਰਕੇ ਤੂੰ ਕੁਰਾਨ ਪੜ੍ਹਨ ਲੱਗ ਗਿਆ। ਇਹ ਸਾਡੀ ਸੋਚ ਹੈ। ਕਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਬਾਰ ਦੇ ਵਿੱਚ ਇੰਨੇ ਕਵੀ ਉਨੱਥੇ ਕਰਦੇ ਸੀਗੇ, ਅਰਬੀ ਫਾਰਸੀ ਦੇ ਜਿੰਨੇ ਗ੍ਰੰਥ ਸੀ, ਸੰਸਕ੍ਰਿਤ ਦੇ ਵਿੱਚ ਇੰਨੇ ਗ੍ਰੰਥ ਸੀ, ਉਹਦੇ ਉਲੱਥੀ ਗੁਰਬਾਣੀ ਦੇ ਵਿੱਚ ਕਰਦੇ ਸੀ। ਅਨੰਦਪੁਰ ਸਾਹਿਬ ਦੇ ਵਿੱਚ ਇਹ ਸਾਰਾ ਕੁਝ ਹੁੰਦਾ ਸੀਗਾ। ਤੇ ਅੱਜ ਜੇ ਕੋਈ ਏਦਾਂ ਕੋਈ ਗ੍ਰੰਥ ਪੜ੍ਹ ਵੀ ਲਵੇ ਤੇ ਉਹਨੂੰ ਕਹਿੰਦੇ ਵੀ ਤੂੰ ਤਾਂ ਸਿੱਖੀ ਹੈ ਨਹੀਂ। ਸੋ ਬਾਣੀ ਤਿਆਗ ਕਰਕੇ ਫਸ ਗਏ, ਤਨ ਤਿਆਗ ਕਰਕੇ ਫਸ ਗਏ, ਜਾਂ ਮਨ ਦੇ ਵਿੱਚ ਆ ਕਰਕੇ ਫਸ ਗਏ। ਹੁਣ ਮਨ ਕਰਕੇ ਕਿੱਦਾਂ ਫਸਦੇ ਹੋ? ਦੇਖੋ, ਮਨ ਦੇ ਵਿੱਚ ਕਲਪਿਤ ਕਰ ਲੈਣਾ ਗੁਰਬਾਣੀ ਨਹੀਂ, ਗੁਰਬਾਣੀ ਨਹੀਂ। ਜਿਵੇਂ ਕਿਸੇ ਆਰਟਿਸਟ ਨੇ ਪੇਂਟਿੰਗ ਬਣਾ ਲਈ, ਅਸੀਂ ਹੁਣ ਸਾਰੇ ਜਾਣਦੇ ਹਾਂ ਸ਼ੋਭਾ ਸਿੰਘ ਜੀ ਨੇ ਕੀ ਕੀਤਾ। ਆਪਣੇ ਵਰਗੇ ਹੀ ਤਸਵੀਰ ਗੁਰੂ ਨਾਨਕ ਦੇਵ ਜੀ ਦਾ ਬਣਾ ਕਰਕੇ ਥੋੜਾ ਜਿਹਾ ਆਲਟਰੇਸ਼ਨ ਕਰਕੇ ਕਹਿਤਾ ਜੀ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ। ਹੁਣ ਅਸੀਂ ਮਨ ਕਰਕੇ ਮੰਨ ਲਿਆ, ਹਾਂ ਜੀ ਇਹੀ ਸਰੂਪ ਹੈ ਮਹਾਰਾਜ ਦਾ, ਇਹੀ ਸਰੂਪ ਹੈ, ਹੋਰ ਨਹੀਂ ਹੋ ਸਕਦਾ, ਇਹੀ ਹੈ ਜੀ। ਤੇ ਹੁਣ ਜਦ ਅੱਖਾਂ ਬੰਦ ਕਰਕੇ ਧਿਆਨ ਦੇ ਵਿੱਚ ਬੈਠਦੇ ਹਾਂ ਤੇ ਉਹੀ ਸਰੂਪ ਦਾ ਧਿਆਨ ਕਰਦੇ ਹਾਂ। ਜੇ ਹੋਰ ਕੋਈ ਸਰੂਪ ਆ ਵੀ ਜਾਵੇ, ਕੋਈ ਸਾਨੂੰ ਦਿਖਾਵੇ ਜੀ ਆਹ ਪੁਰਾਤਨ ਜਿਹੜੇ ਆਰਟਿਸਟ ਸੀ ਉਹਨਾਂ ਨੇ ਇਦਾਂ ਬਣਾਇਆ ਤੇ ਹੁਣ ਦੇ ਇਦਾਂ ਦੇ ਨੇ, ਮਨ ਕਰਕੇ ਬੰਦਾ ਫਸ ਜਾਂਦਾ। ਮੈਂ ਤਾਂ ਇਸ ਸਰੂਪ ਦਾ ਧਿਆਨ ਕਰਦਾ, ਇਹਦਾ ਹੈ ਮੈਂ ਧਿਆਨ ਕਰਦਾ। ਹੁਣ ਕਿਹੜਾ ਸੱਚ ਹੈ ਕਿਹੜਾ ਨਹੀਂ, ਉੱਥੇ ਬੰਦਾ ਫਿਰ ਫਸ ਗਿਆ। ਕਿਉਂਕਿ ਮਨ ਦੇ ਵਿੱਚ ਫਸ ਗਿਆ। ਮਨ ਜਿੱਥੇ ਫਸ ਗਿਆ ਉੱਥੇ ਫਸ ਗਏ। ਤੋ ਦੇਖਿਆ ਆਪਾਂ ਤਨ ਕਰਕੇ ਕਿੱਦਾਂ ਫਸ ਗਏ, ਬਾਣੀ ਕਰਕੇ ਕਿੱਦਾਂ ਫਸ ਗਏ, ਤੇ ਮਨ ਕਰਕੇ ਕਿਵੇਂ ਫਸ ਗਏ। ਇਵੇਂ ਇਹ ਤਨ ਦਾ ਧਰਮ ਹੈ, ਬਾਣੀ ਦਾ ਧਰਮ ਹੈ ਤੇ ਮਨ ਦਾ ਧਰਮ ਹੈ। ਇਹ ਤਿੰਨੋਂ ਜਿਹੜੇ ਨੇ, ਨਾ ਮਨ ਸੱਚ ਹੈ, ਨਾ ਬਾਣੀ ਸੱਚ ਹੈ, ਨਾ ਤਨ ਸੱਚ ਹੈ। ਇਹਨਾਂ ਤਿੰਨੋਂ ਦੇ ਪਿੱਛੇ ਜੋ ਆਤਮ ਹੈ ਉਹ ਸੱਚ ਹੈ, ਉਹ ਹਮੇਸ਼ਾ ਰਹਿਣ ਵਾਲਾ ਹੈ। ਤੇ ਜਿਹੜਾ ਉਹ ਸੱਚ ਹੈ ਨਾ, ਉਹਨੂੰ ਕੋਈ ਚਿੰਨ੍ਹ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਕੋਈ ਰੰਗ ਦੇ ਨਾਲ ਲੈਣਾ ਦੇਣਾ ਨਹੀਂ, ਕੋਈ ਸਰੂਪ ਇੱਕ ਹੈ ਨਹੀਂ ਉਹਦਾ। ਆਤਮਾ ਹੈ ਕੀ? ਤੁਸੀਂ ਬੈਠ ਕਰਕੇ ਅਕਾਲ ਉਸਤਤ ਦੀ ਬਾਣੀ ਪੜ੍ਹਿਓ ਕਦੇ, ਮਹਾਰਾਜ ਨੇ ਦੱਸਿਆ ਆਤਮਾ ਹੈ ਕੀ। ਹਾਂਜੀ, ਗਿਆਨ ਪ੍ਰਬੋਧ ਦੀ ਬਾਣੀ ਪੜ੍ਹੋ ਦਸਮ ਬਾਣੀ ਦੇ ਵਿੱਚੋਂ, ਜਾਂ ਉਹ ਸਭ ਵੀ ਛੱਡ ਦਿਓ। ਜੇ ਕਿਸੇ ਨੂੰ ਦਸਮ ਬਾਣੀ ਨਹੀਂ ਪੜ੍ਹੀ ਜਾਂਦੀ ਜੇ ਕਿਸੇ ਤੋਂ, ਸੁਖਮਨੀ ਸਾਹਿਬ ਦਾ ਅਸ਼ਟਪਦੀ ਆਰਾਮ ਨਾਲ ਬੈਠ ਪੜ ਕੇ ਉਹਦੇ ਵਿਚਾਰੋ, ਸਿਰਫ ਪੜੋ ਨਾ, ਵਿਚਾਰੋ ਮਹਾਰਾਜ ਸੁਖਮਨੀ ਸਾਹਿਬ ਦੇ ਵਿੱਚ ਕੀ ਲਿਖ ਰਹੇ ਨੇ, ਆਤਮਾ ਹੈ ਕੀ, ਫਿਰ ਸਮਝ ਆ ਜਾਏਗੀ। ਮਹਾਰਾਜ ਕਹਿੰਦੇ ਨੇ ਵਰਨ ਭੇਖ ਨਹੀਂ ਬ੍ਰਾਹਮਣ ਖੱਤਰੀ,
ਨਾ ਉਹਦਾ ਕੋਈ ਵਰਣ ਹੈ ਖਾਸ, ਨਾ ਉਹਦਾ ਕੋਈ ਖਾਸ ਭੇਖ ਹੈ, ਨਾ ਉਹ ਬ੍ਰਾਹਮਣ ਹੈ, ਨਾ ਉਹ ਖੱਤਰੀ ਹੈ। ਉਹਦਾ ਕੋਈ ਵਰਣ ਚਰਨ ਨਹੀਂ। ਨਿਜ ਘਰ ਵਸਿਆ ਤਿੱਥੈ ਮੋਹ ਨਾ ਮਾਇਆ। ਜਿੱਥੇ ਬਦਲਾਵ ਨਹੀਂ ਉੱਥੇ ਮਾਇਆ ਨਹੀਂ, ਜਿੱਥੇ ਬਦਲਾਵ ਹੈ ਉੱਥੇ ਹੀ ਮਾਇਆ ਹੈ। ਠੀਕ ਹੈ ਜੀ। ਨਿਜ ਘਰ ਵਸਿਆ ਤਿੱਥੈ ਮੋਹ ਨਾ ਮਾਇਆ। ਜਿਹੜਾ ਨਿਜ ਘਰ ਦੇ ਵਿੱਚ ਵਸਿਆ ਹੋਇਆ ਹੈ ਉਹਦਾ ਮਨ ਚਲਾਇਮਾਨ ਨਹੀਂ ਹੁੰਦਾ, ਕਿਉਂਕਿ ਬਦਲਾਵ ਕਦੇ ਉਹਦੇ ਮਨ ਦੇ ਵਿੱਚ ਆਇਆ ਨਹੀਂ, ਦੂਜੀ ਵਸਤੂ ਆਉਂਦੀ ਨਹੀਂ। ਦੂਜਾ ਕਾਹੇ ਸਿਮਰਿਏ ਜੰਮੇ ਤੇ ਮਰ ਜਾਏ, ਏਕੋ ਸਿਮਰੋ ਨਾਨਕਾ ਜਲ ਥਲ ਰਿਹਾ ਸਮਾਏ। ਜਿਹੜਾ ਏਕ ਹੈ, ਹਰ ਜਗ੍ਹਾ ਉਹਦਾ ਨਿਵਾਸ ਹੈ, ਉਹਦਾ ਸਿਮਰਨ ਪਾਓ, ਉਹਨੂੰ ਹੀ ਯਾਦ ਰੱਖਣਾ ਹੈ, ਜਲ ਥਲ ਨੂੰ ਨਹੀਂ ਯਾਦ ਰੱਖਣਾ। ਇਸ ਸਰੀਰ ਦੇ ਵਿੱਚੋਂ ਜੇ ਬਾਣੀ ਨਿਕਲ ਵੀ ਰਹੀ ਹੈ, ਇਸ ਤਨ ਦੇ ਵਿੱਚੋਂ ਨਿਕਲ ਰਿਹਾ ਹੈ, ਤੇ ਬਾਣੀ ਨੂੰ ਚੇਤੇ ਰੱਖੋ, ਜਿਹੜਾ ਬੋਲ ਰਿਹਾ ਉਹਨੂੰ ਨਹੀਂ ਯਾਦ ਰੱਖਣਾ। ਤਾਂ ਹੀ ਆਪਾਂ ਦੇਹ ਦੇ ਪੁਜਾਰੀ ਬਣ ਜਾਂਦੇ ਹਾਂ। ਜਿਹੜਾ ਬੋਲ ਰਿਹਾ ਹੈ ਬਾਹਰ ਨੂੰ ਦੇਖ ਲੈਂਦੇ ਆ ਵੀ ਜੀ ਇਹਦੇ ਸਰੀਰ ਚੋਂ ਨਿਕਲ ਰਹੀ ਹੈ, ਇਹੀ ਹੈ ਨਾ ਸਾਰਾ ਕੁਝ। ਉਹ ਨਹੀਂ ਹੈ ਸਭ ਕੁਝ, ਉਹਦੇ ਪਿੱਛੇ ਜੋ ਆਤਮਾ ਹੈ, ਜੋ ਸੁਣ ਰਿਹਾ ਹੈ, ਉਹ ਤੁਹਾਡੇ ਵਿੱਚ ਵੀ ਹੈ, ਉਹ ਮੇਰੇ ਵਿੱਚ ਵੀ ਹੈ, ਉਹ ਗਿਆਨੀ ਦੇ ਵਿੱਚ ਵੀ ਹੈ, ਅਗਿਆਨੀ ਦੇ ਵਿੱਚ ਵੀ ਹੈ, ਉਹ ਪੱਤਿਆਂ ਦੇ ਵਿੱਚ ਵੀ ਹੈ, ਪਾਣੀ ਦੇ ਵਿੱਚ ਵੀ ਹੈ। ਉਹਨੂੰ ਜਾਣਨਾ ਹੈ, ਉਹਨੂੰ ਯਾਦ ਰੱਖਣਾ ਹੈ। ਹਾਂਜੀ। कर्म अनुष्ठानम अज्ञानत यथा एव उपरमः तथा बुद्ध्वा सम्यक् इदं तत्त्वम् एवं एव अहं आस्थितः। हाँ। करण करावन हार समर्था, क्या नानक ਜੰਤ ਵਿਚਾਰਾ। ਮਹਾਰਾਜ ਜੀ ਕਹਿ ਰਹੇ ਨੇ ਕਿ ਮਨ ਦੇ ਵਿੱਚ ਦੋ ਹੀ ਚੀਜ਼ਾਂ ਚੱਲਦੀਆਂ ਨੇ, ਕਿ ਆਹ ਫਲਾਣਾ ਕੰਮ ਮੈਂ ਕਰ ਲਵਾਂ ਜਾਂ ਇਹ ਫਲਾਣਾ ਕੰਮ ਨਾ ਕਰਾਂ। ਕਰਨ ਦੇ ਪਿੱਛੇ ਕੀ ਹੈ ਕਿ ਇਹ ਚੀਜ਼ ਮੈਂ ਪ੍ਰਾਪਤ ਕਰ ਲਾਂਗਾ, ਨਾ ਕਰਨ ਦੇ ਵਿੱਚ ਕੀ ਹੈ ਇਸ ਚੀਜ਼ ਤੋਂ ਮੈਂ ਦੁੱਖ ਤੋਂ ਬਚਾਂਗਾ। ਸਾਰੇ ਹੀ ਚਾਹੁੰਦੇ ਨੇ ਕਿ ਉਹਨਾਂ ਨੂੰ ਸੁੱਖ ਪ੍ਰਾਪਤ ਹੋਵੇ, ਤੇ ਇਸ ਕਰਕੇ ਉਹ ਸਾਰੇ ਉਹੀ ਕਰਮ ਕਰਨਾ ਚਾਹੁੰਦੇ ਨੇ ਜਿਹਦੇ ਕਰਕੇ ਉਹ ਸੁੱਖ ਨੂੰ ਪ੍ਰਾਪਤ ਕਰਨ। ਤੇ ਕਿਸੇ ਦਾ ਸੁੱਖ ਹੀ ਝੂਠ ਹੈ, ਤੇ ਫਿਰ ਉਹ ਝੂਠ ਦੇ ਵਿੱਚ ਫਸ ਜਾਂਦੇ ਨੇ। ਕਿ ਜਿਵੇਂ ਇੰਦਰੀਆਂ ਦਾ ਸੁੱਖ ਹੈ, ਇੰਦਰੀਆਂ ਦਾ ਸਾਨੂੰ ਸੁੱਖ ਲੱਗਦਾ ਹੈ, ਪਲੇਜ਼ਰ ਹੈ, ਇਹਦੇ ਵਿੱਚ ਝੂਠ ਨਹੀਂ ਹੈ। ਪਰ ਜੇ ਇਹਦੇ ਵਿੱਚ ਫਸ ਜਾਈਏ ਤਾਂ ਫਿਰ ਇੰਦਰੀਆਂ ਨੂੰ ਸਾਨੂੰ ਭੋਗਣ ਲਈ ਬਾਰ-ਬਾਰ ਆਉਣਾ ਪੈਣਾ, ਕਿਉਂਕਿ ਉਹੀ ਸਾਡਾ ਵਿਸ਼ਾ ਸੀ। ਜੇ ਇਹਦੇ ਪਿੱਛੇ ਵਸਤੂ ਨੂੰ ਪਾਣਾ, ਜੇ ਕਿਸੇ ਦਾ ਮਨ ਨਾਮ ਦੇ ਵਿੱਚ ਰੰਗਿਆ ਹੈ, ਨਾਮ ਦਾ ਉਹਨੂੰ ਚਾਹ ਹੈ, ਨਾਮ ਦਾ ਆਨੰਦ ਮਾਣਦਾ ਹੈ, ਤੇ ਜਦ ਉਹ ਉਸ ਵਸਤੂ ਨੂੰ ਪ੍ਰਾਪਤ ਕਰ ਹੀ ਲਿਆ, ਇਹੋ ਜਿਹੀ ਵਸਤੂ ਨੂੰ ਪ੍ਰਾਪਤ ਕਰ ਲਿਆ ਜਿਹਦੇ ਕਰਕੇ ਕਿਸੇ ਹੋਰ ਵਸਤੂ ਨੂੰ ਪ੍ਰਾਪਤ ਕਰਨ ਦੀ ਇੱਛਾ ਹੀ ਨਹੀਂ ਰਹਿ ਜਾਂਦੀ, ਫਿਰ ਤਾਂ ਉਹ ਗੁਰਬਾਣੀ ਦੇ ਵਿੱਚ ਹੀ ਲੀਨ ਹੋ ਗਿਆ, ਉਸੇ ਦੇਸ਼ ਦਾ ਵਾਸੀ ਹੋ ਗਿਆ। ਬੇਗਮਪੁਰਾ ਸ਼ਹਿਰ ਕੋ ਨਾਮ, ਉਸ ਦੇਸ਼ ਦਾ ਵਾਸੀ ਹੋ ਜਾਂਦਾ ਹੈ। ਨਾ ਇਸ ਪਿੰਡ ਨਾ ਰਖਤੂ ਰਾਤੀ। ਦੇਖੋ ਆਤਮਾ ਕੀ ਹੈ। ਪਿੰਡ ਭਾਵ ਸਰੀਰ, ਤੇ ਸਰੀਰ ਕਿਹਦੇ ਕਰਕੇ ਬਣਦਾ ਸਾਡਾ? ਪਿਤਾ ਦਾ ਬਿੰਦ ਤੇ ਮਾਤਾ ਦਾ ਖੂਨ, ਇਹਨਾਂ ਦੇ ਮੇਲ ਦੇ ਨਾਲ ਇਹ ਸਰੀਰ ਦੀ ਸਾਜਣਾ ਹੁੰਦੀ ਹੈ। ਮਹਾਰਾਜ ਕਹਿ ਰਹੇ ਨੇ ਨਾ ਇਸ ਪਿੰਡ ਨਾ ਰਖਤੂ ਰਾਤੀ, ਉਹ ਸਰੀਰ ਨਹੀਂ ਹੈ। ਉਹ ਇਹਦੇ ਵਿੱਚ ਜਿਹੜਾ ਵਾਸ ਕਰਦਾ ਹੈ ਆਤਮ ਰੂਪ, ਜੋ ਇਹਨੂੰ ਚਲਾ ਰਿਹਾ ਹੈ, ਉਹ ਹੈ ਨਿਜ ਘਰ ਵਸਿਆ ਪ੍ਰਭ ਕੀ ਰਜਾਏ। ਜਿਹਨੇ ਇਸ ਤਰੀਕੇ ਨਾਲ ਜਾਣਿਆ ਹੈ ਉਹ ਸਾਧੂ, ਉਹ ਮਹਾਂਪੁਰਖ ਨਿਜ ਘਰ ਵਸਿਆ ਪ੍ਰਭ ਕੀ ਰਜਾਏ, ਉਹ ਹੁਕਮ ਨੂੰ ਸਵੀਕਾਰ ਕਰਦਾ ਹੈ। ਜੋ ਉਹਦੇ ਤਨ ਦੇ ਉੱਤੇ, ਮਨ ਦੇ ਉੱਤੇ, ਬਾਣੀ ਦੇ ਉੱਤੇ ਬਣ ਆਉਂਦੀ ਹੈ ਗੱਲ ਹੁਕਮ ਦੇ ਨਾਲ, ਉਸ ਹੁਕਮ ਨੂੰ ਦੇਖ ਕਰਕੇ ਸੁਖ ਮਾਣਦਾ ਹੈ। ਬਸ ਭਾਵ ਦ੍ਰਿਸ਼ਟਾ ਹੋ ਜਾਂਦਾ ਹੈ, ਸਾਖੀ ਹੋ ਜਾਂਦਾ ਹੈ ਆਪਣੇ ਹੀ ਸਰੀਰ ਦਾ, ਆਪਣੇ ਹੀ ਬਾਣੀ ਦਾ, ਤੇ ਆਪਣੇ ਹੀ ਮਨ ਦਾ ਸਾਖੀ ਹੋ ਜਾਂਦਾ। ਹਾਂਜੀ। अचिन्त्यं चिन्तमानः अपचिन्ता रूपं भजत असो त्यक्त्वा तत् भावनं तस्मात् एवं एव अहं आस्थितः। ਮਹਾਰਾਜ ਬਾਣੀ ਦੇ ਵਿੱਚ ਵੀ ਕਹਿੰਦੇ ਨੇ ਕਿ ਉਹ ਜਿਹੜਾ ਪਰਮਾਤਮਾ ਹੈ ਕਥਨ ਤੇ ਚਿੰਤਨ ਤੋਂ ਬਾਹਰ ਹੈ।
ਕਿਉਂਕਿ ਚਿੰਤਨ ਉਸ ਵਸਤੂ ਦਾ ਹੋ ਸਕਦਾ ਹੈ ਜਾਂ ਆਪਾਂ ਕਰਦੇ ਹਾਂ ਜੋ ਇੰਦਰੀਆਂ ਦੇ ਰਾਹੀਂ ਸਾਨੂੰ ਮਿਲਦਾ ਹੈ। ਜੋ ਇੰਦਰੀ ਸਾਨੂੰ ਗਿਆਨ ਕਰਾਵੇ, ਉਹ ਜਾਂ ਛਾਪ ਮਨ ਦੇ ਉੱਤੇ ਪੈ ਜਾਂਦਾ ਹੈ ਤੇ ਉਸੇ ਵਸਤੂ ਦਾ ਚਿੰਤਨ ਹੁੰਦਾ ਹੈ। ਤੇ ਹੁਣ ਆਤਮਾ ਦਾ ਕਿਹੋ ਜਿਹਾ ਚਿੰਤਨ ਕਰੋਗੇ? ਮਨ ਨੂੰ ਤਾਂ ਉਹਦਾ ਕੋਈ ਗਿਆਨ ਹੀ ਹੈ ਨਹੀਂ। ਆਤਮਾ ਦਾ ਮਹਾਰਾਜ ਕਹਿ ਰਹੇ ਨੇ ਕਿ ਉਹਦਾ ਕੋਈ ਸਰੂਪ ਹੀ ਹੈ ਨਹੀਂ, ਪਰ ਸਾਰੇ ਹੀ ਸਰੂਪ ਉਹਦੇ ਨੇ। ਸਮਝੋ ਇਸ ਗੱਲ ਨੂੰ, ਡੂੰਘਾਈ ਇਸ ਗੱਲ ਦੇ ਵਿੱਚ। ਜਦੋਂ ਆਪਾਂ ਕਹਿੰਦੇ ਹਾਂ ਕਿ ਸਾਰੇ ਸਰੂਪ, ਉਹਦਾ ਕੋਈ ਸਰੂਪ ਨਹੀਂ, ਭਾਵ ਉਹਦਾ ਕੋਈ ਇੱਕ ਰੂਪ ਨਹੀਂ ਹੈ। ਉਹਦੇ ਸਾਰੇ ਹੀ ਸਰੂਪ ਕਹਿਣ ਦਾ ਮਤਲਬ ਹੈ ਕਿ ਉਹ ਸਾਰਿਆਂ ਦੇ ਵਿੱਚ ਵਾਸ ਕਰਦਾ ਹੈ। ਤੇ ਹੁਣ ਕਿਵੇਂ ਇਹਦਾ ਅਭਿਆਸ ਕਰੋਗੇ? ਜਿਹੜਾ ਪਹਿਲਾਂ ਦੱਸਿਆ ਸੀ, ਜਲੇ ਹਰੀ, ਰਿਪਲੇਸ ਕਰੀ ਜਾਓ। ਜੋ ਚੀਜ਼ ਹਮੇਸ਼ਾ ਨਹੀਂ ਰਹਿਣ ਵਾਲੀ ਉਹਨੂੰ ਰਿਪਲੇਸ ਕਰ ਦਿਓ ਹਰੀ ਦੇ ਨਾਲ, ਜਿਹੜਾ ਹਮੇਸ਼ਾ ਰਹਿਣ ਵਾਲਾ। ਕਿਉਂਕਿ ਹਮੇਸ਼ਾ ਰਹਿਣ ਵਾਲਾ ਤਾਂ ਹਰੀ ਹੀ ਹੋਊਗਾ, ਬਾਕੀ ਸਾਰੀ ਚੀਜ਼ਾਂ ਤਾਂ ਬਦਲਾਵ ਦੇ ਵਿੱਚ ਨੇ। ਇਵੇਂ ਇਹਦਾ ਅਭਿਆਸ ਕਰੀ ਜਾਓ, ਰਿਪਲੇਸ ਕਰੀ ਜਾਓ। ਜੋ ਦੇਖਦੇ ਆ, ਜੋ ਸੁਣਦੇ ਆ, ਉਹਨੂੰ ਰਿਪਲੇਸ ਕਰੀ ਜਾਓ। ਇਸ ਤਰੀਕੇ ਨਾਲ ਅਚਿੰਤ ਦੀ ਚਿੰਤਾ ਹੁੰਦੀ ਹੈ। ਮਨ ਤਾਂ ਦੇਖ ਹੀ ਸਕਦਾ ਹੈ ਉਸੇ ਵਸਤੂਆਂ ਨੂੰ ਜੋ ਸਾਹਮਣੇ ਨੇ, ਕੰਨ ਉਹੀ ਸੁਣ ਸਕਦੇ ਨੇ ਜੋ ਇਹਦੇ ਵਿੱਚ ਪੈ ਜਾਵੇ। ਤੇ ਮਨ ਉਹਨੇ ਚੀਜ਼ਾਂ ਦਾ ਹੀ ਸਿਮਰਨ ਕਰਦਾ ਹੈ, ਯਾਦ ਰੱਖਦਾ ਹੈ ਜੋ ਇਹਦੇ ਵਿੱਚ ਛਾਪ ਪੈ ਜਾਵੇ। ਛਾਪ ਤਾਂ ਦੁਨੀਆ ਦੀ ਹੀ ਪੈ ਰਹੀ ਹੈ, ਪਰ ਇਸ ਦੁਨੀਆ ਨੂੰ ਰਿਪਲੇਸ ਕਰੀ ਜਾਓ ਹਰੀ ਦੇ ਨਾਲ, ਮਨ ਨੂੰ ਉਲਟਾ ਕਰ ਦੋ। ਸਮਝ ਰਹੇ ਹੋ? ਜੋ ਇੰਦਰੀਆਂ ਮਾਇਆ ਦਾ ਗਿਆਨ ਦੇ ਰਹੀ ਸੀ, ਉਸੇ ਗਿਆਨ ਨੂੰ ਪਰਮੇਸ਼ਰ ਦਾ ਗਿਆਨ ਮੰਨ ਕਰਕੇ, ਬਈ ਆਹ ਸਭ ਕੁਝ ਹੀ ਮੇਰੇ ਲਈ ਪਰਮੇਸ਼ਰ ਹੈ, ਅੰਦਰ ਬਾਹਰ ਇੱਕ ਹੋ ਗਿਆ। ਪਿੱਛੇ ਆਤਮਾ ਦੇ ਰਹੀ ਸੀ ਸੱਤਾ ਮਨ ਨੂੰ, ਇੱਥੇ ਇਧਰੋਂ ਇੰਦਰੀਆਂ ਗਿਆਨ ਕਰਾ ਰਹੀਆਂ ਸੀ। ਹੁਣ ਜੋ ਇੰਦਰੀਆਂ ਗਿਆਨ ਕਰਾ ਰਹੀਆਂ ਉਹਨੂੰ ਕਹੀ ਜਾਓ ਬਈ ਇਹ ਹਰੀ ਹੈ, ਹਰੀ ਹੈ, ਹਰੀ ਹੈ। ਜਦ ਉਹਨੂੰ ਹਰੀ ਕਰਕੇ ਜਾਣ ਲਿਆ, ਹਰ ਅਨੇਕਤਾ ਦੇ ਵਿੱਚ ਏਕ ਦੇਖ ਲਿਆ, ਅਨੇਕਤਾ ਦਾ ਵਿੱਚ ਏਕ ਦਾ ਅਭਿਆਸ ਕੀਤਾ, ਫਿਰ ਮਨ ਏਕ ਰੂਪ ਹੋ ਗਿਆ। ਕਿਉਂਕਿ ਇਹਦੇ ਵਿੱਚ ਵਿਚਾਰ ਹੀ ਇੱਕ ਦਾ ਹੋਣਾ। ਜਦ ਇੱਕ ਦਾ ਵਿਚਾਰ ਹੋ ਗਿਆ, ਮਨ ਠਹਿਰ ਗਿਆ, ਤੇ ਠਹਿਰੇ ਹੋਏ ਪਾਣੀ ਦੇ ਵਿੱਚ ਆਪਣੀ ਰਿਫਲੈਕਸ਼ਨ ਦਿਸਦੀ ਹੈ, ਪ੍ਰਤੀਬਿੰਬ ਦਿਸਦਾ ਹੈ। ਤੇ ਉੱਥੇ ਜਾ ਕਰਕੇ ਸਮਝ ਆਉਂਦਾ ਹੈ ਕਿ ਮਨ ਤੋਂ ਜੋਤ ਸਰੂਪ ਹੈ। ਇਹਨੂੰ ਮਹਾਰਾਜ ਨੇ ਕਿਹਾ ਆਪਣਾ ਮੂਲ ਪਛਾਣ। ਜਦ ਇਸ ਤਰੀਕੇ ਨਾਲ ਜਾਣ ਲਿਆ ਤੇ ਫਿਰ ਆਤਮ ਪਦਵੀ ਦੇ ਉੱਤੇ ਅਸੀਂ ਪਹੁੰਚੇ। ਇਹਨੂੰ ਕਹਿੰਦੇ ਆ ਤੁਰੀ ਅਵਸਥਾ। ਹੁਣ ਤੁਰੀ ਅਵਸਥਾ ਤੇ ਅੱਗੇ ਵੀ ਅਵਸਥਾ ਹੁੰਦੀ ਹੈ। ਉਹ ਕਿਹੋ ਜਿਹੀ ਅਵਸਥਾ? ਉਹ ਹੈ ਤੁਰਿਆਤੀਤ। ਉਹਦੇ ਬਾਰੇ ਅਸੀਂ ਬਾਅਦ ਚ ਕਦੇ ਗੱਲ ਕਰਾਂਗੇ, ਪਰ ਹਜੇ ਇਹ ਤੁਰਿਆ ਅਵਸਥਾ ਦੀ ਆਪਾਂ ਗੱਲ ਕੀਤੀ ਹੈ। ਹਾਂਜੀ। एवं एव कृत्येन सकृतार्थः भवेत् असो एवं एव स्वभावः सह कृतार्थः भवेत् असो। ਮੂਲ ਪਛਾਨਣ ਤਿਰ ਨਿਜ ਕਰ ਵਾਸਾ, ਸਹਿਜੇ ਹੀ ਸੁਖ ਹੋਈ। ਅਗਲੀ ਪੰਕਤੀ, ਹੁਕਮੈ ਕਰਮ ਕਮਾਵਣੇ, ਪਈਐ ਕਿਰਤ ਫਿਰਾਓ। ਅਗਲੀ ਪੰਕਤੀ, ਹਿਰਦੇ ਨਾਮ ਸਦਾ ਕਿਰਤਾਰਥ, ਸਫਲ ਜਨਮ ਭਇਆ ਤਿਨ ਕੇਰਾ, ਆਪ ਤਰੇ ਕੁਲ ਤਾਰੀ। ਸੇ ਸਾਡਾ ਲਕਸ਼ ਕੀ ਹੋਇਆ? ਮਹਾਰਾਜ ਨੇ ਇੱਥੇ ਦੱਸਤਾ, ਸਫਲ ਜਨਮ, ਉਹਨਾਂ ਦਾ ਜਨਮ ਸਫਲ ਹੈ। ਸਫਲ ਜਨਮ ਭਇਆ ਤਿਨ ਕੇਰਾ, ਉਹਨਾਂ ਦਾ ਜਨਮ ਸਫਲ ਹੈ। ਆਪ ਤਰੇ, ਭਾਵ ਜਿਨ੍ਹਾਂ ਨੇ ਆਪ ਆਪਣੇ ਆਪ ਨੂੰ ਸੋਧਿਆ ਹੈ, ਆਪਣੇ ਸਰੂਪ ਦਾ ਦਰਸ਼ਨ ਕੀਤਾ ਹੈ, ਤੇ ਉਹਦੇ ਨਾਲ ਕੁਲਾਂ ਦਾ ਉਧਾਰ ਕੀਤਾ ਹੈ, ਉਹਨਾਂ ਨੂੰ ਵੀ ਤਾਰਨਾ ਕੀਤਾ ਹੈ। ਸੱਤ ਕੁਲ ਆਪਣੇ, ਸੱਤ ਆਪਣੇ ਕਹ ਲੋ ਕਿ ਜਿਹੜੇ ਪੈਰੈਂਟਲ ਸਾਈਡ ਨੇ, ਤੇ ਸੱਤ ਸਹੁਰਿਆਂ ਦੇ, 21 ਕੁਲ ਨੂੰ ਤਾਰਿਆ ਜਾਂਦਾ ਹੈ। ਇਦਾਂ ਦਾ ਬ੍ਰਹਮ ਗਿਆਨੀ ਜਗਤ ਦਾ ਉਧਾਰ ਕਰ ਦਿੰਦਾ ਹੈ, ਪਰ ਇਹ ਨਾਰਮਲ ਭਗਤ ਦੀ ਗੱਲ ਕਰ ਰਹੇ ਨੇ ਜਿਹੜੇ 21 ਕੁਲ ਤਾਰ ਦਿੰਦੇ ਨੇ। ਹਾਂਜੀ। ਜੇ ਕੋਈ ਬ੍ਰਹਮ ਗਿਆਨੀ ਹੋਵੇ, ਜਿਵੇਂ ਕੋਈ ਸੂਰਜ ਹੈ, ਸੂਰਜ ਇੱਕ ਹੈ ਪਰ ਸਾਰੇ ਜਗਤ ਨੂੰ ਰੋਸ਼ਨੀ ਦਿੰਦਾ ਹੈ, ਇਵੇਂ ਬ੍ਰਹਮ ਗਿਆਨੀ ਹੁੰਦਾ। ਉਹ ਸਾਰੇ ਸਮਰੱਥ ਹੈ ਸਾਰੇ ਦੁਨੀਆ ਨੂੰ ਤਾਰਨ ਦੀ, ਪਰ ਸ਼ਰਤ ਇਹ ਹੈ ਕਿ ਸੂਰਜ ਨੂੰ ਦੇਖਣ ਵਾਲਾ ਕੋਈ ਹੋਵੇ।
ਤੇ ਜੇ ਉੱਲੂ ਬਣ ਕੇ ਬੈਠਣਾ ਹੈ, ਤੇ ਫਿਰ ਸੂਰਜ ਵੀ ਕੀ ਕਰੇ। ਮਹਾਰਾਜ ਵੀ ਕਹਿੰਦੇ ਨੇ ਬਾਣੀ ਦੇ ਵਿੱਚ ਕਿ ਜਿਹੜਾ ਸੱਚਾ ਸਤਿਗੁਰ ਹੈ ਉਹ ਕੀ ਕਰੇ। ਜਦ ਸਿੱਖਾਂ ਦੇ ਵਿੱਚ ਹੀ ਚੂਕ ਹੈ ਤੇ ਗੁਰੂ ਵੀ ਕੀ ਕਰੇ। ਜਿਵੇਂ ਡਾਕਟਰ ਹੋਵੇ ਸਮਰੱਥ, ਤੇ ਜਿਹੜਾ ਬਿਮਾਰ ਹੋਵੇ ਡਾਕਟਰ ਕੋਲ ਜਾਏ ਹੀ ਨਾ, ਉਹ ਠੀਕ ਹੀ ਨਹੀਂ ਹੋਣਾ ਚਾਹੁੰਦਾ ਹੋਵੇ, ਤੇ ਫਿਰ ਡਾਕਟਰ ਕੀ ਕਰੇ ਉਹਦੇ ਵਿੱਚ। ਡਾਕਟਰ ਆਪਣੇ ਆਪ ਤਾਂ ਆ ਕਰਕੇ ਨਹੀਂ ਦਵਾਈ ਦੇਣ ਲੱਗਾ। ਸੋ ਇਵੇਂ ਹੈ ਬਈ, ਸੂਰਜ ਦੀ ਕਦਰ ਕੋਈ ਪਾਉਣ ਵਾਲਾ ਹੋਵੇ ਤੇ ਉਸ ਬੰਦੇ ਦਾ ਕਲਿਆਣ ਹੁੰਦਾ ਹੈ। ਸੂਰਜ ਦਾ ਕੁਝ ਨਹੀਂ ਜਾਂਦਾ, ਸੂਰਜ ਦਾ ਕੁਝ ਨਹੀਂ ਵਿਗੜਦਾ। ਬ੍ਰਹਮ ਗਿਆਨੀ ਆਵੇ ਜਗਤ ਦੇ ਵਿੱਚ, ਉਹ ਪ੍ਰਚਾਰ ਕਰੇ ਨਾ ਕਰੇ, ਉਹਦਾ ਕੋਈ ਕੁਝ ਨਹੀਂ ਵਿਗੜਦਾ। ਉਹ ਤਾਂ ਪਹੁੰਚਿਆ ਹੋਇਆ ਹੈ। ਵਿਗੜਨਾ ਉਹਨਾਂ ਦਾ ਹੈ, ਪਾਣਾ ਉਹਨਾਂ ਨੇ ਹੈ। ਪਾਣਗੇ ਉਹ ਜਿਹੜੇ ਸੰਗਤ ਕਰਨਗੇ, ਨਹੀਂ ਪਾਉਣਗੇ ਉਹ ਜਿਹੜੇ ਨਿੰਦਿਆ ਕਰਕੇ ਭੱਜ ਜਾਣਗੇ। ਸੋ ਇਹ ਵੀ ਹੁਕਮ ਦਾ ਹੀ ਖੇਡ ਹੈ। ਹਾਂਜੀ, ਬਾਈਬਲ ਦੇ ਵਿੱਚ ਇੱਕ ਕਥਾ ਆਉਂਦੀ ਹੈ, ਉੱਥੇ ਮੈਨੂੰ ਯਾਦ ਨਹੀਂ ਆ ਰਿਹਾ ਕਿਹੜੇ ਪੈਗੰਬਰ ਸੀਗੇ, ਪਰ ਉਹ ਕਹਿੰਦੇ ਆ ਕਿ ਉਹਨਾਂ ਦੀ ਆਯੂ ਨਾ 10,000 ਵਰੇ ਦੀ ਸੀ, ਤੇ ਉਹਦੇ ਵਿੱਚ 1,000 ਸਾਲ ਹੋ ਗਏ ਸੀ ਉਹਨਾਂ ਨੂੰ ਪ੍ਰਚਾਰ ਕਰਦੇ ਹੋਏ। ਹੁਕਮ ਮਿਲਿਆ ਸੀ ਪਰਮੇਸ਼ਰ ਦਾ ਕਿ ਭਈ ਜਾ ਕਰਕੇ ਨਾਮ ਜਪੋ, ਸਾਡੇ ਬਾਰੇ ਦੱਸੋ। ਤੇ ਉਹਨਾਂ ਨੇ ਫਿਰ ਫਿਰ ਕੇ ਹਰ ਜਗ੍ਹਾ ਜਾ ਕਰਕੇ ਪ੍ਰਭੂ ਦੇ ਗੀਤ ਸੁਣਾਏ, ਆਤਮਾ ਬਾਰੇ ਦੱਸਿਆ। ਜਿੱਥੇ ਜਿੱਥੇ ਗਏ ਲੋਕ ਕਹਿ ਦਿੰਦੇ ਸੀ ਹਾਂ ਬਈ ਬਈ ਠੀਕ ਹੈ ਜੀ। ਕਈ ਕਹਿ ਦਿੰਦੇ ਸੀ ਨਹੀਂ ਜੀ ਸਾਨੂੰ ਇਸ ਗਿਆਨ ਦੀ ਲੋੜ ਨਹੀਂ। ਕਈ ਕਹਿ ਦਿੰਦੇ ਸੀ ਸਾਨੂੰ ਤਾਂ ਸਮਝ ਹੀ ਨਹੀਂ ਆਉਂਦੀ ਕੋਈ ਕੀ ਕਹਿ ਰਿਹਾ। ਏਦਾਂ 1,000 ਸਾਲ ਲੰਘ ਗਏ ਉਹਨਾਂ ਨੂੰ ਪ੍ਰਚਾਰ ਕਰਦੇ ਹੋਏ, ਪਰ ਇੱਕ ਹੀ ਵਿਦਿਆਰਥੀ ਜੁੜਿਆ ਸੀ ਉਹਨਾਂ ਨਾਲ 1,000 ਸਾਲਾਂ ਦੇ ਵਿੱਚ। 1,000 ਸਾਲ ਪ੍ਰਚਾਰ ਕਰਕੇ ਤੁਸੀਂ ਸੋਚੋ, ਇੱਕ ਵਿਦਿਆਰਥੀ ਨੂੰ ਸਮਝ ਆਈ ਹੋਵੇ ਗੱਲ। ਤੇ ਕੋਈ ਆਮ ਪ੍ਰਚਾਰਕ ਹੋਵੇ ਉਹ ਕੀ ਕਹੂਗਾ, ਲੈ ਜੀ ਮੈਂ ਤਾਂ 10 ਸਾਲ ਲਾਏ, ਮੈਂ ਤਾਂ ਇੰਨੇ ਬੰਦਿਆਂ ਨੂੰ ਅੰਮ੍ਰਿਤ ਛਕਾਤਾ, ਮੇਰੀ ਤਾਂ ਵਾਹ ਵਾਹ ਹੋ ਗਈ। ਹਉਮੈ ਦੇ ਵਿੱਚ ਆ ਜਾਂਦੇ ਆ। ਤੇ ਕਈ 2-3 ਸਾਲ ਪ੍ਰਚਾਰ ਕਰਕੇ ਸਟੇਜਾਂ ਤੋਂ ਗਾਇਬ ਹੋ ਜਾਂਦੇ, ਦਿਸਦੇ ਹੀ ਨਹੀਂ। ਕਿਉਂ? ਕਿਉਂਕਿ ਸਾਡੇ ਪਿੱਛੇ ਜੀ ਕੋਈ ਲੱਗਿਆ ਨਹੀਂ। ਜੇ ਆਪਣੇ ਪਿੱਛੇ ਲਗਾਉਣਾ ਸੀ, ਇਹਦਾ ਮਤਲਬ ਫੇਮ ਭਾਲਦੇ ਸੀ, ਤਾਂ ਹੀ ਤਾਂ ਭੱਜ ਗਿਆ ਨਾ ਫਿਰ। ਜੇ ਇਹਨੂੰ ਕਿਸੇ ਨੂੰ ਰੰਗ ਲੱਗਿਆ ਹੋਵੇ ਉਹ ਕਿੱਦਾਂ ਭੱਜੂਗਾ। ਜਿਹਨੂੰ ਪ੍ਰਭੂ ਦਾ ਰੰਗ ਲੱਗਿਆ ਹੋਵੇ ਉਹ ਕਿੱਦਾਂ ਲੱਥ ਸਕਦਾ ਥੱਲੇ, ਹੈ। ਇਹ ਤਾਂ ਪੱਕਾ ਰੰਗ ਹੈ, ਪੱਕਾ ਰੰਗ ਤਾਂ ਨਹੀਂ ਨਿਕਲਦਾ। ਕੱਚੇ ਰੰਗ ਸਾਰੇ ਧੁਲ ਜਾਂਦੇ ਆ। ਜਿਹਦੇ ਮਨ ਦੇ ਵਿੱਚ ਪ੍ਰਭੂ ਦੇ ਲਈ ਪ੍ਰੇਮ ਹੋਵੇ, ਉਹ ਤਾਂ ਫਿਰ ਉਹਦੇ ਦਿਲ, ਉਹਦਾ ਨੇਚਰ ਹੀ ਬਣ ਜਾਂਦਾ ਹੈ ਸਾਰਿਆਂ ਨੂੰ ਦੱਸਣ ਲਈ ਕਿ ਵੀ ਤੁਸੀਂ ਵੀ ਉਸ ਭਗਤੀ ਕਰੋ ਪਰਮੇਸ਼ਰ ਦੀ, ਤੁਹਾਨੂੰ ਵੀ ਉਹੀ ਚੀਜ਼ ਪ੍ਰਾਪਤ ਹੋਵੇ ਜੋ ਮੈਨੂੰ ਪ੍ਰਾਪਤ ਹੋਈ। ਉਹਦਾ ਸੁਭਾਅ ਹੀ ਬਣ ਜਾਂਦਾ ਹੈ। ਸੋ ਜੇ ਕੋਈ ਸ਼ੁਰੂ ਕਰ ਦੇਵੇ ਤੇ ਫਿਰ ਰੁਕ ਜਾਵੇ, ਸਮਝ ਲਓ ਕਿ ਉਹ ਕੋਈ ਪਿੱਛੇ ਕਿਸੇ ਹੋਰ ਵਸਤੂ ਲਈ ਸੀ, ਪ੍ਰਭੂ ਭਗਤੀ ਦੇ ਪਿੱਛੇ ਨਹੀਂ ਸੀ। ਹਾਂ, ਤਾਂ ਗੱਲ ਇੱਥੇ ਪਹੁੰਚੀ ਸੀ ਕਿ 1,000 ਸਾਲ ਭਗਤੀ ਕਰਕੇ ਪ੍ਰਚਾਰ ਕਰਕੇ ਵੀ ਇੱਕ ਵਿਦਿਆਰਥੀ ਜੁੜਿਆ, ਤੇ ਉਹ ਵਿਦਿਆਰਥੀ ਨੇ ਥੋੜਾ ਬਹੁਤ ਗਿਆਨ ਲਿਆ, ਤੇ ਉਸ ਪੈਗੰਬਰ ਨੇ ਪਰਮੇਸ਼ਰ ਅੱਗੇ ਅਰਦਾਸ ਕੀਤੀ, ਮਹਾਰਾਜ ਤੁਸੀਂ 1,000 ਸਾਲ ਮੇਰੇ ਕੋਲੋਂ ਪ੍ਰਚਾਰ ਕਰਾਇਆ ਪਿੰਡ ਪਿੰਡ ਜਾ ਕਰਕੇ, ਤੇ ਮੈਂ ਸੋਚਦਾ ਸੀ ਕਿ ਮੇਰੇ ਪਿੱਛੇ ਬੜੇ ਬੰਦੇ ਹੋਣਗੇ ਪਰ ਇੱਕ ਹੀ ਜੁੜਿਆ। ਉਹ ਇਸ ਤਰੀਕੇ ਨਾਲ ਕਹਿ ਰਹੇ ਸੀ ਕਿ ਮਹਾਰਾਜ ਮੈਂ ਸਮਰੱਥ ਨਹੀਂ, ਤੁਸੀਂ 1,000 ਸਾਲ ਮੇਥੋਂ ਕਰਾਇਆ, ਪਰ ਦੇਖੋ ਮੇਰੇ ਤੋਂ ਤਾਂ ਇੱਕ ਹੀ ਬੰਦਾ ਹੋਇਆ ਸਹੀ। ਪਰਮੇਸ਼ਰ ਦੀ ਅੱਗਿਓਂ ਆਕਾਸ਼ਬਾਣੀ ਹੋਈ, ਕਹਿੰਦੇ ਬਸ ਇਹੀ ਸਿੱਖਿਆ ਦੇਣ ਲਈ ਤੈਨੂੰ ਪ੍ਰਚਾਰ ਲਈ ਤੋਰਿਆ ਸੀ ਕਿ ਇਹਦੇ ਵਿੱਚ ਆਪਣੇ ਆਪ ਦੀ ਸਮਰੱਥਾ ਨਾ ਦੇਖ, ਕਿ ਤੂੰ ਕਹੇਂਗਾ ਤਾਂ ਕੁਝ ਹੋਵੇਗਾ। ਇੱਥੇ ਮੇਰੀ ਚਲਦੀ ਹੈ, ਜੇ ਮੈਂ ਚਾਹੁੰਦਾ ਕਿ ਤੇਰੇ ਨਾਲ ਇੱਕ ਬੰਦਾ ਜੁੜੇ ਤੇ ਫਿਰ ਤੇਰੇ ਨਾਲ ਇੱਕ ਹੀ ਬੰਦਾ ਜੁੜੂਗਾ। ਤੇਰੇ ਬੁੱਲਾਂ ਦੇ ਵਿੱਚੋਂ ਜੋ ਬਾਣੀ ਨਿਕਲੂਗੀ ਉਹਨੂੰ ਸਮਝਣ ਲਈ ਜੇ ਇੱਕ ਬੰਦਾ ਜੁੜੂਗਾ, ਉਹ ਮੇਰਾ ਹੀ ਹੁਕਮ ਹੈ। ਤੋ ਜੇ ਤੂੰ ਕਰਦਾ ਹੋਵੇ ਤਾਂ ਫਿਰ ਤਾਂ ਤੂੰ, ਤੇਰੇ ਪਿੱਛੇ ਭੀੜ ਲੱਗ ਜਾਣੀ ਚਾਹੀਦੀ ਸੀ। ਪਰ 1,000 ਸਾਲ ਕਰਕੇ ਵੀ ਤੇ ਤੂੰ ਜੇ ਇੱਕ ਬੰਦਾ ਹੋਇਆ ਤੇ ਤੂੰ ਸਮਝ ਲੈ ਇਹਦੇ ਪਿੱਛੇ ਮੇਰਾ ਹੀ ਹੁਕਮ ਹੈ। ਕਹਿੰਦੇ ਮਹਾਰਾਜ ਫਿਰ 1,000 ਸਾਲ ਕਰਕੇ ਪ੍ਰਚਾਰ,
ਫਿਰ ਇੱਕ ਬੰਦਾ ਹੋਇਆ, ਸੰਸਾਰ ਦਾ ਭਲਾ ਕਿਵੇਂ ਹੋਵੇਗਾ? ਕਹਿੰਦੇ ਜਿਹੜਾ ਇਹ ਇੱਕ ਬੰਦਾ ਜਿਹਨੂੰ ਤੂੰ ਸਿਖਾਇਆ ਹੈ, ਇਹ ਅੱਗੇ ਜਾ ਕਰਕੇ ਹਜ਼ਾਰਾਂ ਹੀ ਬੰਦਾ ਨੂੰ ਜੋੜੂਗਾ। ਇਹ ਮੇਰਾ ਹੀ ਹੁਕਮ ਹੈ। ਕਹਿੰਦੇ ਇਹਦੇ ਵਿੱਚ ਆਪਣੀ ਵਡਿਆਈ ਛੱਡ ਦੇ, ਆਪਣਾ ਮਾਨ ਅਭਿਮਾਨ ਛੱਡ ਦੇ, ਤੇ ਮੇਰੇ ਹੁਕਮ ਨੂੰ ਸਵੀਕਾਰ ਕਰ, ਤੇ ਤੂੰ ਵੀ ਸੁਖੀ, ਤੇ ਜਿਹਨੂੰ ਤੂੰ ਸਿਖਾਇਆ ਉਹ ਵੀ ਸੁਖੀ। ਸੋ ਇਵੇਂ ਚੱਲਦਾ ਹੈ ਜੀ। ਉਹ ਕਦੇ ਆਪਣੇ ਮਨ ਨੂੰ ਇਹ ਨਾ ਕਰਿਓ ਕਿ ਬਈ ਮੈਂ ਇੰਨਾ ਪ੍ਰਚਾਰ ਕਰਦਾ ਹਾਂ ਜਾਂ ਮੈਂ ਇੰਨਾ ਬੋਲਦਾ ਸਮਝਾਉਂਦਾ ਲੋਕਾਂ ਨੂੰ, ਪਰ ਉਹ ਸਮਝਦੇ ਨਹੀਂ। ਨਹੀਂ, ਤੁਹਾਡੇ ਕਹਿਣ ਦੇ ਨਾਲ ਕੁਝ ਨਹੀਂ ਹੋਣਾ। ਤੁਸੀਂ ਆਪ ਸੋਚੋ, ਗੁਰੂ ਨਾਨਕ ਦੇਵ ਜੀ ਮਹਾਰਾਜ ਆ ਕਰਕੇ ਸਾਰੇ ਸੰਸਾਰ ਨੂੰ ਇੱਕੋ ਵਾਰੀ ਚੁਟਕੀ ਦੇ ਵਿੱਚ ਨਹੀਂ ਬ੍ਰਹਮ ਗਿਆਨ ਕਰਾ ਸਕਦੇ ਸੀ? ਕਰਾਇਆ ਮਹਾਰਾਜ? ਨਹੀਂ ਕਰਾਇਆ, ਤੇ ਫਿਰ ਮੇਰੇ ਵਰਗੇ ਕੁੱਤਿਆਂ ਦਾ ਭੌਂਕਣ ਦੇ ਨਾਲ ਕੀ ਹੋ ਜਾਊ? ਹੈਨਾ? ਜੇ ਸ਼ੇਰ, ਬੱਬਰ ਸ਼ੇਰ, ਇੱਕ ਦਹਾੜ ਦੇ ਨਾਲ ਸਾਰਿਆਂ ਨੂੰ ਚੁੱਪ ਕਰਦਾ ਸੀ, ਮੈਂ ਤਾਂ ਅੱਗੇ ਕੁੱਤਾ ਹੀ ਹਾਂ। ਏਦਾਂ ਸੋਚਿਆ ਕਰੋ। ਸੋ ਆਪਣੇ ਆਪ ਦੇ ਵਿੱਚ ਕੋਈ ਮਾਨ ਅਭਿਮਾਨ ਨਹੀਂ। ਇਹ ਤਾਂ ਸਾਰਾ ਕੁਝ ਪ੍ਰਭੂ ਦੀ ਰਜ਼ਾ ਹੈ, ਉਹਦਾ ਹੁਕਮ। ਸੋ ਇੱਥੇ ਆਪਾਂ ਰੁਕਦੇ ਹਾਂ, ਤੇ ਕੋਈ ਕਿਸੇ ਦਾ ਪ੍ਰਸ਼ਨ ਹੋਵੇ ਤੇ ਰਿਕਾਰਡਿੰਗ ਬੰਦ ਕਰਕੇ ਆਪਾਂ ਪ੍ਰਸ਼ਨ ਉੱਤਰ ਕਰ ਲੈਂਦੇ ਹਾਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।